ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਮਰ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸਈ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਨ ਪਾਵੈ ਪਦ ਸਿਉ ਜਾਵੈ, ਆਗੈ ਦੁਖ ਨਾ ਲਾਗੈ। ਦਰਗਹਿ ਮਾਨ ਪਾਵੈ ਪਦ ਸਿਉ ਜਾਵੈ, ਆਗੈ ਦੁਖ ਨਾ ਲਾਗੈ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਆਵਡ ਭਾਗੇ ਹੋ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਹਨ। ਗੁਰਬਾਣੀ ਦੇ ਜਾਪ ਸਰਵਣ ਕਰਕੇ ਆਪ ਸਭਨਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰੂ ਸਵਾਰਿਓ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਜਵਾਬ ਸਭ ਨੇ ਫਤਿਹ ਵਿੱਚ ਬਖਸ਼ਿਸ਼ ਕਰਨਾ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਬਹੁਤ ਵੱਡਾ ਦਿਨ ਹੈ। ਉਹ ਦਿਨ ਹੈ ਜਿਸ ਦਿਨ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਫਰਜ਼ੰਦਾਂ ਨੇ ਨੀਹਾਂ ਦੇ ਵਿੱਚ ਖੜ੍ਹ ਕੇ ਧਰਮ ਦੀ ਖਾਤਰ, ਕੌਮ ਦੀ ਖਾਤਰ ਦ੍ਰਿੜ ਅਰਾਦਿਆਂ ਦੇ ਨਾਲ ਆਪਣੀਆਂ ਸ਼ਹਾਦਤਾਂ ਪਾ ਕੇ ਸਿੱਖੀ ਦੇ ਮਹਿਲ ਉਸਾਰ ਦਿੱਤੇ। ਸਿੱਖੀ ਦੇ ਮਹਿਲ ਉਸਾਰ ਦਿੱਤੇ, ਸਿੱਖੀ ਦੇ ਬੂਟੇ ਨੂੰ ਹਰਿਆਂ ਭਰਿਆਂ ਕਰ ਦਿੱਤਾ। ਗੁਰੂ ਪਿਆਰਿਓ, ਦੇਖੋ ਹਰ ਇਨਸਾਨ ਆਪਣੇ ਘਰ ਪੁੱਤਰ ਦੀ ਦਾਤ ਪ੍ਰਮਾਤਮਾ ਤੋਂ ਮੰਗਦਾ ਹੈ, ਮੇਰੇ ਘਰ ਪੁੱਤਰ ਹੋਵੇ। ਪਰ ਜਿਹਨੂੰ ਪ੍ਰਮਾਤਮਾ ਨੇ ਪੁੱਤਰ ਦਿੱਤੇ ਨੇ, ਉਹ ਇਹ ਵੀ ਇੱਛਾ ਰੱਖਦਾ ਵੀ ਮੇਰਾ ਪੁੱਤਰ ਪੜ੍ਹ ਲਿਖ ਕੇ ਵੱਡਾ ਹੋ ਕੇ ਕਿਸੇ ਜੋਬ 'ਤੇ, ਨੌਕਰੀ 'ਤੇ ਲੱਗ ਜਾਵੇ, ਕਾਰੋਬਾਰ ਵਿੱਚ ਲੱਗ ਜਾਵੇ। ਉਸ ਤੋਂ ਬਾਅਦ ਉਹ ਇੱਛਾ ਰੱਖਦਾ ਹੈ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ। ਉਸ ਤੋਂ ਬਾਅਦ ਉਹ ਇੱਛਾ ਰੱਖਦਾ ਹੈ ਮੈਨੂੰ ਪ੍ਰਮਾਤਮਾ ਪੋਤੇ ਦੀ ਦਾਤ ਦੇਵੇ, ਕਿਉਂਕਿ ਬੰਦੇ ਦੀਆਂ ਬੜੀਆਂ ਇੱਛਾਵਾਂ ਨੇ। ਪਰਿਵਾਰ ਦੇ ਵਿੱਚ ਪ੍ਰਮਾਤਮਾ ਤੋਂ ਬੜਾ ਕੁਝ ਮੰਗਦਾ ਹੈ, ਪਰ ਧੰਨ ਨੇ ਗੁਰੂ ਕਲਗੀਧਰ ਪਾਤਸ਼ਾਹ 4 ਮੰਗੇ, 4 ਦੇ 4 ਹੀ ਕੁਰਬਾਨ ਕਰ ਦਿੱਤੇ। ਆਖੋ ਸਤਨਾਮ। ਪਰ ਪ੍ਰਮਾਤਮਾ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਹੀਂ ਆਖਿਆ ਮੈਂ ਇਹਨਾਂ ਨੂੰ ਪੜ੍ਹਾ ਲਿਖਾ ਕੇ ਕਿਸੇ ਨੌਕਰੀ 'ਤੇ ਲਾਉਣਾ ਹੈ, ਇਹਨਾਂ ਨੂੰ ਬਿਜ਼ਨਸਮੈਨ ਬਣਾਉਣਾ ਹੈ, ਮੈਂ ਗਾਂ ਪੋਤਿਆਂ ਦੇ ਮੁੱਖ ਵੇਖਣੇ ਨੇ, ਮੈਂ ਬੜਾ ਕੁਝ ਸੋਚਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਇੱਕੋ ਦਾਤਾ ਦੁਨੀਆ ਵਿੱਚ ਹੋਇਆ ਹੈ, ਜੋ ਚੌਪਈ ਸਾਹਿਬ ਦੇ ਵਿੱਚ ਕਹਿੰਦੇ ਨੇ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਜੇ ਸੁੱਖ ਮੰਗਦੇ ਆ ਤੇ ਆਪਣੇ ਲਈ ਮੰਗਦੇ ਆ, ਕਹਿੰਦੇ ਮੈਂ ਉੱਜੜ ਜਾਵਾਂ, ਮੇਰਾ ਖਾਲਸਾ ਪਰਿਵਾਰ ਸਦਾ ਆਬਾਦ ਤੇ ਖੁਸ਼ ਰਵੇ। ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ, ਧੰਨ ਗੁਰੂ ਕਲਗੀਧਰ ਪਾਤਸ਼ਾਹ। ਆਪ ਜੀ ਨੇ ਕੱਲ੍ਹ ਇਤਿਹਾਸ ਸਰਵਣ ਕੀਤਾ, ਜਦੋਂ ਗੁਰਮੁਖੋ ਨਿਮਕ ਹਰਾਮੀ ਗੰਗੂ ਨੇ ਸਤਿਗੁਰਾਂ ਦੇ ਬੱਚਿਆਂ ਨੂੰ ਪਕੜਾ ਦਿੱਤਾ ਨਾ, ਮੁਰਿੰਡੇ ਵੀ ਰੱਖਿਆ ਗਿਆ, ਇੱਕ ਰਾਤ ਤਸੀਹੇ ਦਿੱਤੇ ਗਏ। ਫਿਰ ਗੁਰਮੁਖੋ ਉਸ ਵੇਲੇ ਸਰਹੰਦ ਲਿਜਾਇਆ ਗਿਆ ਸੀ, ਠੰਡੇ ਬੁਰਜ ਦੇ ਵਿੱਚ ਦਾਦੀ ਨੂੰ ਬੱਚਿਆਂ ਨੂੰ ਰੱਖਿਆ ਗਿਆ।
ਫਰਸ਼ ਦੇ ਉੱਪਰ ਬੈਠੇ ਨੇ, ਥੱਲੇ ਕੋਈ ਵਿਛਾਉਣਾ ਨਹੀਂ, ਕੋਈ ਟਾਟ ਨਹੀਂ, ਕੋਈ ਤਲਾਈ ਨਹੀਂ। ਠੰਡੀ ਠੰਡੀ ਹਵਾ ਉਸ ਬੁਰਜ ਦੇ ਵਿੱਚ ਗੁਜ਼ਰਦੀ ਹੈ ਤੇ ਤਨ ਨੂੰ ਚੀਰਦੀ ਪਈ ਹੈ। ਗੁਰਮੁਖੋ ਦਸੰਬਰ ਦਾ ਮਹੀਨਾ ਹੋਵੇ, ਪੋਹ ਦਾ ਮਹੀਨਾ ਹੋਵੇ, ਠੰਡੀਆਂ ਹਵਾਵਾਂ ਚੱਲਦੀਆਂ ਹੋਣ, ਤੇ ਜਦੋਂ ਬੰਦਾ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਦਾ ਉਹਨੂੰ ਪਤਾ ਉਹਦੇ ਨਾਲ ਕੀ ਬੀਤਦੀ ਜੇ ਉਹਦੇ ਕੋਲ ਮੋਟੇ ਬਸਤਰ ਨਹੀਂ, ਜੇ ਉਹਦੇ ਉੱਪਰ ਉਹਦੇ ਤਨ ਢੱਕਣ ਵਾਸਤੇ ਕੋਈ ਕੱਪੜਾ ਨਹੀਂ। ਉਹਨੂੰ ਪੁੱਛ ਕੇ ਵੇਖਿਓ ਉਹਦੇ ਨਾਲ ਕੀ ਬੀਤਦੀ ਹੈ। ਜਿਹੜੀ ਦਾਦੀ ਆਪਣੇ ਪੋਤਿਆਂ ਨੂੰ ਲੈ ਕੇ ਬੈਠੀ ਹੈ, ਕੋਲ ਮੋਟੇ ਬਸਤਰ ਨਹੀਂ, ਠੰਡੀ ਹਵਾ ਚੱਲਦੀ ਹੈ। ਗੁਰਮੁਖੋ ਦਿਨ ਵੇਲੇ ਤਾਂ ਥੋੜ੍ਹਾ ਜਿਹਾ ਸਕੂਨ ਮਿਲ ਜਾਂਦਾ ਹੈ ਕਿਉਂਕਿ ਸੂਰਜ ਨਿਕਲਦਾ ਹੈ, ਪਰ ਰਾਤ ਨੂੰ ਠੰਡ ਕਹਿਰ ਵਰਤਾਂਦੀ ਜੇ, ਰਾਤ ਨੂੰ ਠੰਡ ਕਹਿਰ ਵਰਤਾਂਦੀ ਜੇ। ਜਦੋਂ ਅੰਮ੍ਰਿਤ ਵੇਲੇ ਦਾ ਪਹਿਰ ਹੁੰਦਾ ਨਾ, ਅੰਮ੍ਰਿਤ ਵੇਲੇ ਦਾ, ਉਦੋਂ ਠੰਡ ਇਹਦੋਂ ਵੀ ਜ਼ਿਆਦਾ ਕਹਿਰ ਵਰਤਾਂਦੀ ਆ, ਕਿਉਂਕਿ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਠੰਡ ਜ਼ਿਆਦਾ ਹੁੰਦੀ ਹੈ। ਗੁਰਮੁਖੋ ਹੱਥ ਸਿੱਧੇ ਨਹੀਂ ਹੁੰਦੇ, ਹੱਥ ਠਰਦੇ ਨੇ। ਉਸ ਵੇਲੇ ਉਸ ਦਾਦੀ ਦੇ ਨੰਨੇ ਪੋਤਿਆਂ ਦੇ ਹੱਥ ਵੀ ਠਰਦੇ ਹੋਣਗੇ, ਸਰੀਰ ਵੀ ਕੰਬਦਾ ਹੋਵੇਗਾ, ਬੁੱਲ ਵੀ ਨੀਲੇ ਹੋਏ ਹੋਣਗੇ, ਹੱਥਾਂ ਪੈਰਾਂ ਨੂੰ ਠੰਡ ਲੱਗਦੀ ਹੋਵੇਗੀ। ਪਰ ਜੜ੍ਹ ਅਰਾਦੇ ਵਾਲੇ ਗੁਰੂ ਦੇ ਬੱਚੇ ਇੰਨੇ ਕੁ ਸਮਰੱਥ ਨੇ ਕਿਉਂਕਿ ਅੰਦਰ ਪ੍ਰਮਾਤਮਾ ਦਾ ਨਾਮ ਲਈ ਬੈਠੇ ਆ। ਬਾਹਰੋਂ ਤਨ ਨੂੰ ਜੋ ਮਰਜ਼ੀ ਹੋ ਜਾਵੇ ਪ੍ਰਵਾਹ ਨਹੀਂ ਕਰਦੇ, ਕਿਉਂਕਿ ਅੰਦਰ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ, ਅੰਦਰ ਪ੍ਰਮਾਤਮਾ ਵਸਿਆ ਹੋਇਆ ਹੈ। ਉਹ ਨਿਤ ਜਪਦੇ ਨੇ, ਨਿਤ ਜਪੀਏ ਸਾਸ ਗਰਾਸ ਨਾਉ ਪਰਵਤਗਾਰ ਦਾ। ਉਹ ਨਿਤ ਜਪਦੇ ਨੇ ਕਿ ਹੇ ਪ੍ਰਮਾਤਮਾ, ਨਿਤ ਮੰਗਦੇ ਨੇ, ਕੀ ਮੰਗਦੇ ਨੇ? ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਪਹਿਲੀ ਪੇਸ਼ੀ 25 ਦਸੰਬਰ ਨੂੰ ਹੁੰਦੀ ਹੈ। 11 ਪੋਹ ਨੂੰ ਦ੍ਰਿੜ ਅਰਾਧਿਆਂ ਵਾਲਿਆਂ ਨੇ ਜਵਾਬ ਦਿੱਤਾ ਸੀ, ਗੱਜ ਕੇ ਪਹਿਲਾਂ ਚਰਨ ਵਿਖਾਏ, ਜੁੱਤੀਆਂ ਵਿਖਾਈਆਂ, ਸਿਰ ਨਹੀਂ ਝੁਕਾਇਆ। ਦੂਜੀ ਪੇਸ਼ੀ 12 ਪੋਹ 26 ਦਸੰਬਰ ਨੂੰ ਹੁੰਦੀ ਹੈ। ਪਰ ਜਿਹੜੀ 26 ਦਸੰਬਰ ਨੂੰ ਗੁਰਮੁਖੋ ਪੇਸ਼ੀ ਹੁੰਦੀ ਹੈ ਨਾ, ਉਸ ਵੇਲੇ ਕਿਹਾ ਸੀ ਅਜੇ ਵੀ ਆਪਣੇ ਆਪ ਨੂੰ ਸਮਰਪਣ ਕਰ ਦਿਓ ਹਕੂਮਤ ਦੇ, ਬਾਗੀ ਸੁਰ ਤਿਆਗ ਦਿਓ, ਤੁਸੀਂ ਈਨ ਕਬੂਲ ਕਰ ਲਓ, ਤੁਹਾਨੂੰ ਅਸੀਂ ਵੱਡਿਆਂ ਘਰਾਂ ਦੇ ਵਿੱਚ ਵਿਆਹਾਂਗੇ। ਉੱਥੇ ਕਿਹਾ ਸੀ ਸੂਬੇ ਸਰਹੰਦ ਨੇ, ਉਹਨੇ ਕਿਹਾ ਸੀ ਅਸੀਂ ਤੁਹਾਡੀਆਂ ਸ਼ਾਦੀਆਂ ਨਾ ਰਾਜਕੁਮਾਰੀਆਂ ਦੇ ਨਾਲ ਕਰਾਂਗੇ, ਤੁਹਾਨੂੰ ਮਹਿਲ ਦੇਵਾਂਗੇ, ਸੁੱਖ ਆਰਾਮ ਤੁਹਾਨੂੰ ਮਿਲਣਗੇ, ਬਹੁਤ ਕੁਝ ਤੁਹਾਨੂੰ ਮਿਲੇਗਾ, ਹਰ ਪ੍ਰਕਾਰ ਦਾ ਸੁੱਖ, ਹਰ ਪ੍ਰਕਾਰ ਦੀ ਸਹੂਲਤ ਮਿਲੇਗੀ। ਤੇ ਉੱਥੇ ਬਾਬੇ ਫਤਿਹ ਸਿੰਘ ਨੇ ਇੱਕ ਗੱਲ ਪੁੱਛੀ ਸੀ, ਕਹਿੰਦੇ ਸੂਬਿਆ ਮੈਨੂੰ ਇਹ ਦੱਸ, ਤੂੰ ਕਹਿੰਦਾ ਸੁੱਖ ਆਰਾਮ ਮਿਲਣਗੇ, ਬਹੁਤ ਸੁੱਖ ਮਿਲੇਗਾ, ਪਰ ਮੈਨੂੰ ਇੱਕ ਗੱਲ ਦੱਸੀ ਵੀ ਉਸ ਤੋਂ ਬਾਅਦ ਅਸੀਂ ਮਰਾਂਗੇ ਕਿ ਨਾ ਮਰਾਂਗੇ, ਸਾਡੀ ਮੌਤ ਹੋਵੇਗੀ? ਕਹਿਣ ਲੱਗਾ ਮਰਨਾ ਤੇ ਪਏਗਾ। ਫਿਰ ਬਾਬੇ ਫਤਿਹ ਸਿੰਘ ਨੇ ਇੱਕ ਗੱਲ ਕਹੀ ਸੀ, ਜੇ 70 ਸਾਲ ਅੰਨ ਗੰਦਿਆ ਕਰਕੇ ਮਰਨਾ ਹੈ, ਇਹ ਤੋਂ ਚੰਗਾ ਅਸੀਂ ਅਣਖ ਨਾਲ ਨਿੱਕੀਆਂ ਉਮਰਾਂ ਦੇ ਵਿੱਚ ਹੀ ਮਰ ਜਾਂਦੇ ਹਾਂ। ਆਖੋ ਸਤਨਾਮ। ਸਾਨੂੰ 70 ਸਾਲ ਦੀ ਉਮਰ ਨਹੀਂ ਚਾਹੀਦੀ, ਸਾਨੂੰ ਸੁੱਖ ਸਹੂਲਤਾਂ ਨਹੀਂ ਚਾਹੀਦੀਆਂ, ਕਿਉਂਕਿ ਸਾਡੇ ਬਾਪੂ ਨੇ ਸੁੱਖ ਛੱਡ ਕੇ ਕੀ ਬਣਾਇਆ? ਇੱਕ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਨੂੰ ਪੱਲੇ ਬੰਨਿਆ, ਕਿਉਂਕਿ ਬਾਣੀ ਵੀ ਕਹਿੰਦੀ ਹੈ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਤੂੰ ਕਿਹੜੇ ਸੁੱਖ ਦੀ ਗੱਲ ਕਰਦਾ? ਗੁਰੂ ਬਾਬਾ ਤੇ ਕਹਿੰਦਾ ਸਾਰਾ ਸੰਸਾਰ ਵੇਖਿਆ ਸੁੱਖ ਹੈ ਕਿਤੇ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ, ਗ੍ਰਹਿ ਸਿਉਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨਦਾ ਕਿਸ ਨਾਹੀ ਵਸੂਰੇ, ਸੋ ਪ੍ਰਭ ਚਿਤ ਨਾ ਆਵੇ ਵਿਸ਼ਟਾਂ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਉਥੇ ਕਿਹਾ ਸੀ ਸੂਬਿਆ ਕਿਹੜੇ ਸੁੱਖ ਦੀ ਗੱਲ ਕਰਦਾ? ਸਾਡੇ ਗੁਰੂ ਬਾਬੇ ਨੇ ਤਾਂ ਇਹ ਗੱਲ ਕਹੀ ਹੈ, ਉਹ ਕਹਿੰਦਾ ਭਾਵੇਂ ਸੇਜ ਸੁੰਦਰ ਹੋਵੇ, ਭਾਵੇਂ ਘਰ ਦੀਆਂ ਦੀਵਾਰਾਂ ਵਿੱਚ ਹੀਰੇ ਮੋਤੀ ਜੜੇ ਹੋਣ, ਚੰਦਨ ਅਤਰ ਫਲੇਲ ਛਿੜਕਿਆ ਹੋਵੇ, ਜੇ ਪ੍ਰਮਾਤਮਾ ਦਾ ਨਾਮ ਨਹੀਂ ਤੇ ਇਹ ਸੁੱਖ ਵੀ ਗੰਦਗੀ ਦੇ ਕੀੜੇ ਵਰਗੇ ਨੇ। ਆਖੋ ਸਤਨਾਮ। ਉਥੇ ਇਹ ਕਿਹਾ ਸੀ ਸੂਬੇ ਵਜ਼ੀਰ ਖਾਨ ਨੂੰ,
ਸਾਨੂੰ ਇਹਨਾਂ ਸੁੱਖਾਂ ਦੀ ਲੋੜ ਨਹੀਂ। ਗੁਰਮੁਖੋ ਫਿਰ ਉੱਥੇ ਸੁੱਚਾ ਨੰਦ ਕਹਿਣ ਲੱਗਾ ਇਹ ਬਾਗੀ ਸੁਰ ਵਾਲੇ ਨੇ, ਇਹਨਾਂ ਨੇ ਇੱਦਾਂ ਮੰਨਣਾ ਨਹੀਂ, ਇਹ ਮੰਨਣ ਵਾਲੇ ਨਹੀਂ ਆ। ਕਹਿਣ ਲੱਗਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫਿਰ ਕੀ ਕਰੋਗੇ? ਕਹਿਣ ਲੱਗੇ ਅਸੀਂ ਜੰਗਲ ਵਿੱਚ ਜਾਵਾਂਗੇ, ਆਪਣੇ ਭਰਾਵਾਂ ਨੂੰ ਇਕੱਠਿਆਂ ਕਰਾਂਗੇ, ਜਥਾ ਬਣਾਵਾਂਗੇ, ਤੁਹਾਡੇ ਉੱਤੇ ਚੜ੍ਹਾਵਾਂਗੇ। ਜੇ ਕਹਿਣ ਲੱਗੇ ਅਸੀਂ ਤੁਹਾਨੂੰ ਹਰਾ ਦਿੱਤਾ, ਕਹਿਣ ਲੱਗੇ ਫਿਰ ਪਰਤ ਕੇ ਆਵਾਂਗੇ। ਉਹਨਾਂ ਚਿਰ ਨਹੀਂ ਬਹਿਣਾ ਜਿੰਨਾ ਚਿਰ ਸੂਬੇ ਸਰਹੰਦ ਨੂੰ ਮਾਰ ਨਹੀਂ ਦਿੰਦੇ, ਜਿੰਨਾ ਚਿਰ ਸਰਹੰਦ ਦੇ ਅਸੀਂ ਖਾਲਸੇ ਝੰਡੇ ਨਹੀਂ ਗੱਡ ਦਿੰਦੇ। ਬਾਬਾ ਫਤਿਹ ਸਿੰਘ ਕਹਿੰਦਾ ਸੀ ਉਹਨਾਂ ਚਿਰ ਬਹਿਣਾ ਹੀ ਨਹੀਂ, ਉਹਨਾਂ ਚਿਰ ਟਿਕਣਾ ਹੀ ਨਹੀਂ। ਉਹਨਾਂ ਨੇ ਗੁਰਮੁਖੋ 3-4 ਤਰੀਕੇ ਵਰਤੇ ਸਾਹਿਬਜ਼ਾਦਿਆਂ ਨੂੰ ਡਲਾਉਣ ਵਾਸਤੇ। ਇੱਕ ਤਰੀਕਾ ਉਹਨਾਂ ਨੇ ਵਰਤਿਆ ਸੀ ਵੀ ਸਾਹਿਬਜ਼ਾਦਿਆਂ ਨੂੰ ਬੰਨ੍ਹ ਕੇ ਨਾ ਦਰਖਤ ਦੇ ਨਾਲ ਗਲੇਲੇ ਮਾਰੇ ਸੀ। ਗਲੇਲੇ ਮਾਰੇ ਗਏ, ਜੋ ਕਿ ਬਾਬਾ ਫਤਿਹ ਸਿੰਘ ਦੀ ਅੱਖ 'ਤੇ ਵੀ ਵੱਜਾ। ਮੈਂ ਕੱਲ੍ਹ ਵੀ ਬੇਨਤੀ ਕੀਤੀ। ਫਿਰ ਗੁਰਮੁਖੋ ਕਹਿੰਦੇ ਨੇ ਉਹਨਾਂ ਦੀਆਂ ਉਂਗਲਾਂ ਦੇ ਨਾਲ ਪਲੀਤੇ ਬੰਨ੍ਹ ਕੇ ਅੱਗ ਲਾਈ ਗਈ। ਉਹਨਾਂ ਦੇ ਜਿਹੜੀਆਂ ਉਂਗਲਾਂ ਨਾ ਕੋਮਲ ਹੱਥ ਨੇ, ਇਤਿਹਾਸ ਕਹਿੰਦੇ ਨੇ ਉਹਨਾਂ ਦੀਆਂ ਉਂਗਲਾਂ ਨਾਲ ਪਲੀਤੇ ਬੰਨ੍ਹ ਕੇ ਅੱਗ ਲਾਈ ਗਈ। ਉਹਨਾਂ ਨੂੰ ਕਸ਼ਟ ਮਿਲੇ, ਉਹਨਾਂ ਨੂੰ ਦੁੱਖ ਹੋਵੇ, ਇਸ ਕਰਕੇ ਇੰਨਾ ਕੁ ਜ਼ਿਆਦਾ ਦੁਖੀ ਹੋਣ, ਹਾਰ ਕੇ ਉਹ ਈਨ ਕਬੂਲ ਕਰ ਲੈਣ। ਪਰ ਦੇਖੋ ਗੁਰੂ ਗੋਬਿੰਦ ਸਿੰਘ ਦੇ ਬੱਚੇ ਕਿੰਨੇ ਕਰੜੇ ਆ, ਦਰਖਤ ਨਾਲ ਬੰਨੇ ਨੇ, ਗਲੇਲੇ ਮਾਰੇ ਗਏ ਨੇ, ਬਾਹਾਂ ਦੇ ਨਾਲ ਗੁਰਮੁਖੋ ਰੱਸੇ ਬੰਨੇ ਆ, ਤੇ ਇੱਥੋਂ ਤੱਕ ਵੀ ਉਂਗਲਾਂ ਦੇ ਨਾਲ ਪਲੀਤੇ ਬਣ ਕੇ ਅੱਗ ਲਾਈ ਗਈ। ਫਿਰ ਵੀ ਕਹਿੰਦੇ ਸੂਬਿਆ ਸਾਨੂੰ ਧਰਮ ਪਿਆਰਾ, ਅਸੀਂ ਈਨ ਨਹੀਂ ਮੰਨਣੀ, ਅਸੀਂ ਈਨ ਨਹੀਂ ਮੰਨਣੀ। ਈਨ ਫਿਰ ਵੀ ਨਹੀਂ ਮੰਨੀ। ਫਿਰ ਵੀ ਗੁਰਮੁਖੋ ਘਬਰਾਏ ਨਹੀਂ, ਡੋਲੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਡੋਲੇ ਨਹੀਂ। ਫਿਰ ਗੁਰਮੁਖੋ ਫਤਵਾ ਸੁਣਾਉਣਾ ਹੈ। ਕਹਿਣ ਲੱਗੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਫਿਰ ਕਿਹਾ ਸੀ ਅਜੇ ਵੀ ਵੇਲਾ ਹੈ, ਜੇ ਝੁਕ ਜਾਓਗੇ ਤੇ ਬਖਸ਼ ਦਿੱਤਾ ਜਾਏਗਾ, ਜੇ ਨਾ ਮੰਨੇ ਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਮੌਤ ਦੇ ਘਾਟ ਉਤਾਰੇ ਜਾਓਗੇ। ਤੇ ਸੁੱਚਾ ਨੰਦ ਕਹਿੰਦਾ ਸੀ ਸਪੋਲਗੇ ਨੇ, ਇਹ ਸਪੋਲਗੇ ਦੇ ਬੱਚੇ ਨੇ, ਇਹਨਾਂ ਨੂੰ ਮਸਲ ਦੇਣਾ ਚਾਹੀਦਾ, ਇਹਨਾਂ ਦੀਆਂ ਸਿਰੀਆਂ ਮਸਲ ਦੇਣੀਆਂ ਚਾਹੀਦੀਆਂ, ਕਿਉਂਕਿ ਸਪੋਲਗੇ ਵੱਡੇ ਹੋ ਕੇ ਨਾਗ ਬਣਦੇ ਆ। ਇਹਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਇਹ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਵਰਗੇ ਹੀ ਮਹਾਨ ਯੋਧੇ ਬਣਨਗੇ। ਜੇ ਪਿਓ ਯੋਧਾ ਹੈ ਪੁੱਤਰ ਵੀ ਯੋਧੇ ਹੋਣਗੇ। ਜੇ ਪਿਓ ਪੱਕੇ ਦ੍ਰਿੜ ਅਰਾਧਿਆਂ ਵਾਲਾ ਜੇ, ਤੇ ਗੁਰਮੁਖੋ ਜਿਹੜੇ ਬੱਚੇ ਨੇ ਉਹ ਵੀ ਦ੍ਰਿੜ ਅਰਾਧਿਆਂ ਵਾਲੇ ਤੇ ਪ੍ਰਪੱਖ ਹੋਣਗੇ। ਉੱਥੇ ਕਾਜੀ ਨੂੰ ਸੱਦਿਆ। ਵਜ਼ੀਰ ਖਾਂ ਕਹਿੰਦਾ ਕਾਜੀ ਨੂੰ ਇਹਨਾਂ ਨੂੰ ਸਜ਼ਾ ਲਾਈ ਜਾਏ, ਫਤਵਾ ਸੁਣਾਇਆ ਜਾਏ, ਕਿਹੜੀ ਸਜ਼ਾ ਲਾਉਣੀ ਹੈ, ਕਿਸ ਤਰੀਕੇ ਨਾਲ ਇਹਨਾਂ ਨੂੰ ਕਤਲ ਕਰਨਾ ਹੈ। ਕਾਜੀ ਕਹਿਣ ਲੱਗਾ ਇਹਨਾਂ ਨੂੰ ਜੀਂਦਿਆਂ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ। ਆਖੋ ਸਤਨਾਮ। ਇਹਨਾਂ ਨੂੰ ਜੀਂਦਿਆਂ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ। ਸਾਰੀ ਜਿੰਨੀ ਉੱਥੇ ਗੁਰਮੁਖੋ ਪ੍ਰਜਾ ਸੀ, ਜਿੰਨੇ ਲੋਕ ਬੈਠੇ ਸਨ, ਸਾਰਿਆਂ ਦੇ ਸਿਰ ਝੁਕ ਗਏ। ਕਈ ਮਾਯੂਸ ਹਾਲਤ ਵਿੱਚ ਸਨ, ਕਈ ਮਾਯੂਸ ਸਨ। ਉੱਥੇ ਕੋਈ ਵੀ ਗੁਰਮੁਖੋ ਸਾਹਮਣੇ ਨਾ ਆਇਆ ਵੀ ਅਸੀਂ ਕਤਲ ਕਰਾਂਗੇ। ਪਰ ਉੱਥੇ ਗੁਰਮੁਖੋ ਸਾਸਲ ਬੇਗ, ਬਾਸਲ ਬੇਗ, ਜਿਨ੍ਹਾਂ ਦਾ ਮੁਕੱਦਮਾ ਚੱਲਦਾ ਸੀ ਸਰਹੰਦ ਦੇ ਵਿੱਚ, ਪੇਸ਼ੀ 'ਤੇ ਆਉਂਦੇ ਸਨ। ਹੋ ਸਕਦਾ ਸੀ ਉਹਨੂੰ ਸਜ਼ਾ ਹੋ ਸਕਦੀ ਸੀ, ਪਰ ਉਹਨਾਂ ਨੇ ਕਿਹਾ ਜੀ ਜੇ ਸਾਡਾ ਮੁਕੱਦਮਾ ਖਤਮ ਕਰ ਦਿਓ, ਸਾਨੂੰ ਨੌਕਰੀ 'ਤੇ ਲਾ ਦਿਓ, ਇੱਥੇ ਸਾਡੀਆਂ ਨੌਕਰੀਆਂ ਬਹਾਲ ਕਰ ਦਿਓ, ਅਸੀਂ ਇਹਨਾਂ ਨੂੰ ਕਤਲ ਕਰਾਂਗੇ। ਸੂਬੇ ਵਜ਼ੀਰ ਖਾਨ ਨੇ ਕਿਹਾ ਸੀ ਮੈਂ ਪ੍ਰਵਾਨ ਕਰਦਾ ਵਾਂ, ਤੁਹਾਡੇ ਮੁਕੱਦਮੇ ਨੂੰ ਅੱਜ ਤੋਂ ਹੀ ਖਤਮ ਕਰ ਦਿੱਤਾ ਜਾਏਗਾ। ਉਹ ਕਹਿੰਦੇ ਫਿਰ ਅਸੀਂ ਇਹਨਾਂ ਨੂੰ ਕਤਲ ਕਰਨ ਲਈ ਤਿਆਰ ਆ। ਕਹਿੰਦੇ ਜਦੋਂ ਇਹ ਸਜ਼ਾ ਸੁਣਾਈ ਨਾ, ਉਧਰ ਦਾਦੀ ਉਡੀਕਦੀ ਪਈ, ਬੁਰਜ ਵਿੱਚ ਖੜੀ ਹੈ। ਬੱਚੇ ਪਰਤ ਕੇ ਦਾਦੀ ਕੋਲ ਜਾਂਦੇ ਨੇ, ਅੱਜ ਬੜੀ ਕਾਹਲੀ ਵਿੱਚ ਜਾਂਦੇ ਨੇ। ਕਹਿੰਦੇ ਫਤਿਹ ਸਿੰਘ ਦੌੜਿਆ, ਪੌੜੀਆਂ ਚੜ੍ਹਿਆ, ਭੱਜ ਕੇ ਗੁਰਮੁਖੋ ਦਾਦੀ ਦੇ ਗਲ ਨਾਲ ਲੱਗ ਗਿਆ। ਤੇ ਉਸ ਵੇਲੇ ਦਾਦੀ ਪੁੱਛਦੀ ਹੈ ਫਤਿਹ ਸਿੰਘਾ ਅੱਜ ਕੀ ਕੁਝ ਹੋਇਆ ਕਚਹਿਰੀ ਦੇ ਵਿੱਚ, ਕੀ ਵਾਰਤਾਲਾਪ ਹੋਈ? ਉੱਥੇ ਕਿਹਾ ਸੀ ਦਾਦੀ ਪਰਚੇ ਪੈ ਗਏ ਨੇ, ਅਸੀਂ ਪਰਚਿਆਂ ਵਿੱਚੋਂ ਸਫਲ ਆ ਗਏ ਹਾਂ, ਅਸੀਂ ਫਸਟ ਆ ਗਏ ਹਾਂ, ਪਰ ਇੱਕ ਇਮਤਿਹਾਨ ਕੱਲ੍ਹ ਨੂੰ ਬਹੁਤ ਵੱਡਾ ਹੋਣਾ ਹੀ,
ਉਹਦੇ ਵਿੱਚੋਂ ਵੀ ਅਸੀਂ ਸਫਲ ਹੋ ਜਾਵਾਂਗੇ, ਸਫਲ ਹੋ ਜਾਵਾਂਗੇ। ਉੱਥੇ ਕਿਹਾ ਸੀ ਦਾਦੀ ਨੇ, ਕਿਹੜੇ ਪਰਚੇ? ਕਹਿਣ ਲੱਗੇ ਦਾਦੀ, ਉਹਨਾਂ ਨੇ ਕਿਹਾ ਤੁਹਾਨੂੰ ਕੱਲ੍ਹ ਨੂੰ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ, ਤੁਹਾਨੂੰ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ। ਦਾਦੀ ਕਹਿਣ ਲੱਗੀ ਦੀਵਾਰ ਵਿੱਚ ਚਿਣ ਦਿੱਤਾ ਜਾਏਗਾ? ਫਤਿਹ ਸਿੰਘ ਕਹਿੰਦਾ ਦਾਦੀ ਮਾਰਤੀ ਨਾ, ਮਾਰਦੇ ਤੇ ਨਹੀਂ, ਦੀਵਾਰ ਵਿੱਚ ਹੀ ਚਿਣਗੇ, ਸਾਨੂੰ ਮਾਰ ਤਾਂ ਨਹੀਂ ਸਕਦੇ। ਉੱਥੇ ਗੁਰਮੁਖੋ ਕਹਿਣ ਲੱਗੇ ਦੀਵਾਰ ਵਿੱਚ ਚਿਣ ਕੇ ਸਾਨੂੰ ਕੱਲ੍ਹ ਨੂੰ ਇਹਨਾਂ ਨੇ ਸ਼ਹੀਦ ਕਰ ਦੇਣਾ ਹੈ। ਦਾਦੀ ਅੱਜ ਰੱਜ ਕੇ ਸਾਡੇ ਨਾਲ ਲਾਡ ਲਡਾਲਾ, ਇੱਕ ਰਾਤ ਤੇਰੇ ਕੋਲ ਅਸੀਂ ਰਵਾਂਗੇ, ਪਰਤ ਕੇ ਅਸੀਂ ਤੇਰੇ ਕੋਲ ਆਉਣਾ ਹੀ ਨਹੀਂ। ਆਖੋ ਸਤਨਾਮ। ਕਹਿਣ ਲੱਗੇ ਦਾਦੀ ਅਸੀਂ ਪਰਤ ਕੇ ਤੇਰੇ ਕੋਲ ਨਹੀਂ ਆਉਣਾ। ਅੱਜ ਫਤਿਹ ਸਿੰਘ ਨੂੰ, ਜੋਰਾਵਾਰ ਨੂੰ ਜਿੰਨਾ ਕਰ ਸਕਦੀ ਹੈ ਰੱਜ ਕੇ ਲਾਡ ਲਡਾਲਾ, ਅਸੀਂ ਪਰਤ ਕੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਚਲੇ ਜਾਣਾ ਹੈ। ਅਸੀਂ ਬਾਬੇ ਅਜੀਤ ਸਿੰਘ ਆਪਣੇ ਵੱਡੇ ਭਰਾਤਾ ਕੋਲ ਚਲੇ ਜਾਣਾ ਹੈ। ਅਸੀਂ ਆਪਣੇ ਵੱਡੇ ਭਰਾਤਾ ਜੁਝਾਰ ਸਿੰਘ ਦੇ ਕੋਲ ਚਲੇ ਜਾਣਾ ਹੈ। ਉਹ ਸਾਨੂੰ ਆਵਾਜ਼ਾਂ ਮਾਰਦੇ ਪਏ ਆ, ਵੀਰੋ ਆ ਜਾਓ, ਸਾਨੂੰ ਸਾਡਾ ਦਾਦਾ ਸੱਦਦਾ ਪਿਆ ਵਾ, ਅਸੀਂ ਪਰਤ ਕੇ ਨਹੀਂ ਆਉਣਾ, ਲਾਡ ਲਡਾ ਲੈ। ਅੱਜ ਕਹਿੰਦੇ ਦਾਦੀ ਨੇ ਨਾ ਉਸ ਵੇਲੇ ਪਤਾ ਹੈ ਵੀ ਕੱਲ੍ਹ ਨੂੰ ਇਹਨਾਂ ਦੀਆਂ ਸ਼ਹੀਦੀਆਂ ਹੋ ਜਾਣੀਆਂ ਨੇ। ਅੱਜ ਗੁਰਮੁਖੋ ਵੱਧ ਤੋਂ ਵੱਧ ਬਾਣੀ ਸੁਣਾਈ, ਬਾਣੀ ਬਿਠਾਇਆ ਕੋਲ। ਉਸ ਵੇਲੇ ਗੁਰਮੁਖੋ ਸੁਖਮਨੀ ਸਾਹਿਬ ਦਾ ਜਾਪ ਆਰੰਭ ਕੀਤਾ ਦਾਦੀ ਨੇ। ਸੁਖਮਨੀ ਸਾਹਿਬ ਦੀ ਇੱਕ ਇੱਕ ਅਸ਼ਟਪਦੀ, ਇੱਕ ਇੱਕ ਸ਼ਲੋਕ ਬੜੀ ਭਾਵਨਾ ਨਾਲ ਦਾਦੀ ਨੇ ਸਾਹਿਬਜ਼ਾਦਿਆਂ ਨੂੰ ਸੁਣਾਇਆ। ਉੱਥੇ ਗੁਰਮੁਖੋ ਬਾਣੀ ਦੀਆਂ ਤੁਕਾਂ ਪੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ। ਪੜਿਆ ਸੀ कबीर मोहे मरने का चाव है, मरूं तो हर के द्वार, मत हर पूछे कौन है परा हमारे बार। उथे पढ़िया सी जो तो प्रेम खेलन का चाओ, सिर तर तली गली मेरी आओ, इत मार्ग पैर त्रीजै सिर दीजै का ना कीजै। गुरमुखो पंज बाणियां दा नितनेम, सिद्ध गोष्ठ, 52 अखरी, सुखमनी साहब। ਦਾਦੀ ਨੇ ਗੁਰਮੁਖੋ ਦੁਪਹਿਰ ਵੇਲੇ ਬਾਣੀ ਦਾ ਜਾਪ ਪੋਤਿਆਂ ਨੂੰ ਸੁਣਾਇਆ। ਜਦੋਂ ਸ਼ਾਮ ਹੋਈ ਨਾ, ਕਹਿੰਦੇ ਮੋਤੀ ਰਾਮ, ਬਾਬਾ ਮੋਤੀ ਰਾਮ ਦੁੱਧ ਲੈ ਕੇ ਆਇਆ, ਦੁੱਧ ਛਕਾਇਆ। ਜਦੋਂ ਦਾਦੀ ਨੇ ਦੱਸਿਆ ਨਾ, ਮੋਤੀ ਰਾਮ ਪੁੱਤਰ ਤੂੰ ਅੱਜ ਰੱਜ ਕੇ ਦੁੱਧ ਛਕਾ ਲਾ ਇਹਨਾਂ ਨੂੰ, ਕਿਉਂਕਿ ਕੱਲ੍ਹ ਨੂੰ ਤੂੰ ਦੁੱਧ ਲੈ ਕੇ ਆਵੇਂਗਾ, ਮੇਰੇ ਨੰਨਿਆਂ ਨੇ ਇੱਥੇ ਨਹੀਂ ਹੋਣਾ, ਇਹਨਾਂ ਨੇ ਕੱਲ੍ਹ ਨੂੰ ਇੱਥੇ ਨਹੀਂ ਹੋਣਾ, ਅੱਜ ਦੁੱਧ ਛਕਣਾ ਹੈ, ਪਰਤ ਕੇ ਇਹਨਾਂ ਬੁਰਜ ਵਿੱਚ ਨਹੀਂ ਆਉਣਾ। ਤੇ ਗੁਰਮੁਖੋ ਬਾਬੇ ਮੋਤੀ ਰਾਮ ਮਹਿਰੇ ਦੀਆਂ ਅੱਖਾਂ ਛਲਕ ਆਈਆਂ। ਕਹਿਣ ਲੱਗੇ ਇਹ ਜ਼ਾਲਮ ਕਹਿਰ ਵਰਤਾਉਂਦੇ ਪਏ ਆ, ਪਰ ਜੇ ਦਾਦੀ ਤੇਰੇ ਪੋਤਿਆਂ ਨਾਲ ਕਹਿਰ ਵਰਤਾਉਣਗੇ, ਮੈਂ ਇਹ ਗੱਲ ਕਰਦਾ, ਇਹ ਗਰਕ ਜਾਣਗੇ, ਇਹਨਾਂ ਦਾ ਬੇੜਾ ਗਰਕ ਜਾਏਗਾ, ਇਹਨਾਂ ਨੇ ਰਹਿਣਾ ਨਹੀਂ, ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਤੇਰੇ ਨੰਨੇ ਸਾਹਿਬਜ਼ਾਦਿਆਂ ਨਾਲ ਜੇ ਕਹਿਰ ਕਰਨਗੇ। ਉਥੇ ਗੁਰਮੁਖੋ ਰੋਇਆ, ਅੱਖਾਂ ਵਿੱਚੋਂ ਨੀਰ ਹੈ, ਹੌਕੇ ਲੈਂਦਾ ਹੈ। ਦਾਦੀ ਕੋਲ ਬੈਠ ਕੇ ਉਹਦੇ ਪੋਤਿਆਂ ਨੂੰ ਵੇਖਿਆ ਹੈ, ਤੱਕਿਆ ਹੈ, ਉਹਨਾਂ ਨੂੰ ਗਲਾਸ ਭਰ ਭਰ ਕੇ ਦੁੱਧ ਦੇ ਛਕਾਏ ਨੇ। ਤੇ ਗੁਰਮੁਖੋ ਜਦੋਂ ਘਰ ਗਿਆ ਸੀ ਨਾ, ਮਾਂ ਲੱਧੋ ਨੂੰ ਵੀ ਦੱਸਿਆ, ਆਪਣੀ ਘਰ ਵਾਲੀ ਬੀਬੀ ਭੋਈ ਨੂੰ ਵੀ ਦੱਸਿਆ। ਉਹਨਾਂ ਦੀਆਂ ਅੱਖਾਂ ਸੇਜਲ ਨੇ, ਸਾਰੇ ਪਰਿਵਾਰ ਦੀਆਂ ਅੱਖਾਂ ਸੇਜਲ ਨੇ। ਇਹ ਭਾਣਾ ਕੱਲ੍ਹ ਨੂੰ ਵਰਤ ਜਾਏਗਾ, ਬਹੁਤ ਵੱਡਾ ਭਾਣਾ, ਕਿਉਂਕਿ ਜਿਹੜਾ ਕੱਲ੍ਹ ਨੂੰ ਦਿਨ ਚੜ੍ਹਨਾ ਨਾ 27 ਦਸੰਬਰ 13 ਪੋਹ, ਉਦੋਂ ਇਹੋ ਜਿਹਾ ਝੱਖੜ ਝੁਲਣਾ ਦੁਨੀਆ ਦੇ ਵਿੱਚ, ਜਿਹੜਾ ਵੀ ਇਹਨਾਂ ਦੀ ਦਾਸਤਾਨ ਸੁਣੇਗਾ ਉਹਦਾ ਸੀਨਾ ਫਾਟ ਜਾਏਗਾ, ਉਹਦਾ ਸੀਨਾ ਪਾਟ ਜਾਏਗਾ। 27 ਦਸੰਬਰ 13 ਪੋਹ ਗੁਰਮੁਖੋ 1704 ਦਾ ਦਿਨ ਇਹੋ ਜਿਹਾ ਚੜ੍ਹਨਾ ਹੈ। ਅੱਜ ਉਹ ਦਿਨ ਆ ਗੁਰਮੁਖੋ, ਅੱਜ ਉਹ ਦਿਨ 27 ਦਸੰਬਰ 13 ਪੋਹ ਤੇ ਗੁਰਮੁਖੋ 1704 ਦਾ ਦਿਨ ਸੀ ਜਦੋਂ ਇਹਨਾਂ ਨੰਨਿਆਂ ਨੂੰ ਕਤਲ ਕੀਤਾ ਗਿਆ। ਕਹਿੰਦੇ ਉਸ ਵੇਲੇ ਦੁੱਧ ਛਕਿਆ, ਬਾਬਾ ਮੋਤੀ ਰਾਮ ਮਹਿਰਾ ਘਰ ਪਰਤ ਗਿਆ। ਉਸ ਤੋਂ ਬਾਅਦ ਠੰਡ ਨੇ ਆਪਣਾ ਕਹਿਰ ਵਰਤਾਇਆ ਹੈ ਤੇ ਦਾਦੀ ਨੇ ਇਸੇ ਤਰ੍ਹਾਂ ਉਹਨਾਂ ਦੇ ਸਿਰ ਆਪਣੀ ਗੋਦ ਵਿੱਚ ਰੱਖ ਲਏ, ਉਹਨਾਂ ਨੂੰ ਬਾਣੀ ਸੁਣਾਉਣੀ ਆਰੰਭ ਕਰ ਦਿੱਤੀ। ਉਹਨਾਂ ਨੂੰ ਗੁਰਮੁਖੋ ਸਾਖੀਆਂ, ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸੁਣਾਇਆ।
ਉਥੇ ਦਾਦੀ ਕਹਿੰਦੀ, ਦੇਖੋ ਧੰਨ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ, ਸੀਸ ਵਿੱਚ ਤੱਤਾ ਰੇਤਾ ਪਾਇਆ ਗਿਆ ਸੀ, ਉਹ ਡੋਲੇ ਨਹੀਂ, ਉਹ ਘਬਰਾਏ ਨਹੀਂ। ਮੇਰੇ ਨੰਨਿਓ, ਕੱਲ ਨੂੰ ਤੁਹਾਡੇ ਤੇ ਜ਼ੁਲਮ ਹੋਏਗਾ, ਪਰ ਘਬਰਾਇਓ ਨਾ। ਫਤਿਹ ਸਿੰਘ ਕਹਿੰਦਾ, ਦਾਦੀ ਮੈਂ ਘਬਰਾਉਂਦਾ ਨਹੀਂ, ਮੈਂ ਡੋਲਦਾ ਨਹੀਂ, ਜਿੰਨੇ ਮਰਜ਼ੀ ਮੇਰੇ ਤੇ ਕਸ਼ਟ ਆ ਜਾਣ, ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਮੈਂ ਨਹੀਂ ਘਬਰਾਉਂਦਾ। ਉਹਤੇ ਕਿਹਾ ਸੀ, ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ 11 ਨਵੰਬਰ 1675 ਨੂੰ ਦਿੱਲੀ ਦੇ ਚੌਂਕ ਦੇ ਅੰਦਰ ਕਤਲ ਕੀਤਾ ਗਿਆ ਸੀ, ਪਰ ਘਬਰਾਏ ਨਹੀਂ, ਡੋਲੇ ਨਹੀਂ। ਉਸ ਵੇਲੇ ਬਾਬਾ ਫਤਿਹ ਸਿੰਘ ਕਹਿੰਦਾ, ਦਾਦੀ ਕਦੇ ਤੂੰ ਆਪਣੇ ਪਤੀ ਨੂੰ ਤੋਰਿਆ ਸੀ, ਆਪਣੇ ਪਤੀ ਦਾ ਸੀਸ ਤੱਕਿਆ ਸੀ, ਕੱਲ ਨੂੰ ਤੂੰ ਸਾਨੂੰ ਤੋੜ ਦੇਣਾ ਹੈ, ਕੱਲ ਨੂੰ ਤੂੰ ਸਾਨੂੰ ਤੋੜ ਦੇਣਾ ਹੈ। ਕਹਿੰਦੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕੁਝ ਰਾਤ ਬਤੀਤ ਹੋਈ, ਫਿਰ ਥੋੜ੍ਹਾ ਜਿਹਾ ਵਿਸ਼ਰਾਮ ਕੀਤਾ, ਪਰ ਦਾਦੀ ਨੂੰ ਅੱਜ ਗੁਰਮੁਖੋ ਵਿਸ਼ਰਾਮ ਨਹੀਂ ਕੀਤਾ, ਅੱਜ ਵਿਸ਼ਰਾਮ ਨਹੀਂ ਕੀਤਾ। ਸਾਰੀ ਰਾਤ ਮਾਂ ਗੁਜਰ ਕੌਰ ਜਾਗਦੀ ਰਹੀ, ਉਹਨਾਂ ਨੂੰ ਤੱਕਦੀ ਰਹੀ, ਕਿਉਂਕਿ ਪਤਾ ਵੀ ਕੱਲ ਨੂੰ ਆਉਣਾ ਨਹੀਂ ਇਹਨਾਂ ਨੇ। ਅੱਜ ਨਹੀਂ ਵਿਸ਼ਰਾਮ ਕੀਤਾ। ਅੱਜ ਗੁਰਮੁਖੋ ਉਹ ਵੀ ਯਾਦ ਆਉਂਦਾ ਹੈ ਜਦੋਂ ਡੋਲੀ 'ਚ ਬਹਿ ਕੇ ਕਰਤਾਰਪੁਰੋਂ ਆਏ ਸਨ, ਪਤੀ ਨੂੰ ਤੋਰਿਆ ਆਨੰਦਪੁਰ, ਉਹ ਵੀ ਯਾਦ ਆਉਂਦਾ ਹੈ। ਪਟਨੇ ਦੀ ਧਰਤੀ ਤੇ ਸਾਹਿਬਜ਼ਾਦੇ ਦੀ ਆਮਦ ਹੁੰਦੀ ਹੈ, ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੁੰਦਾ, ਉਹ ਵੀ ਤੱਕਿਆ। ਫਿਰ ਪਟਨੇ ਦੀ ਧਰਤੀ ਤੋਂ ਗੁਰਮੁਖੋ ਆਨੰਦਪੁਰ ਆਉਂਦੇ, ਉਹ ਵੀ ਤੱਕਿਆ। ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰਮੁਖੋ 26 ਸਾਲ ਬਹਿ ਕੇ ਤਪ ਕਰਦੇ ਨੇ, ਆਪ ਪਹਿਰਾ ਕਰਦੇ ਨੇ, ਗੁਰਮੁਖੋ ਅੱਗੇ ਬਹਿ ਕੇ ਉਸ ਤਪ ਅਸਥਾਨ ਦੇ ਭੋਰੇ ਦੇ, ਉਹ ਵੀ ਕੁਝ ਉਸ ਮਾਂ ਨੇ ਤੱਕਿਆ ਤੇ ਯਾਦ ਆਉਂਦਾ ਪਿਆ ਹੈ। ਇੱਕ ਇੱਕ ਗੱਲ, ਉਹ ਦ੍ਰਿਸ਼ ਜਿਹੜਾ ਨਾ ਮਾਂ ਗੁਜਰ ਕੌਰ ਦੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਹੈ। ਜਿਵੇਂ ਆਨੰਦਪੁਰ ਛੱਡਿਆ, ਗੁਰਮੁਖੋ ਵੱਡੇ ਪੋਤੇ ਵਿਛੜ ਗਏ, ਨੌਵਾਂ ਵੀ ਵਿਛੜ ਗਈਆਂ, ਪੁੱਤਰ ਵੀ ਵਿਛੜ ਗਿਆ, ਸਿੰਘ ਵੀ ਵਿਛੜ ਗਏ, ਉਹ ਸਾਰਾ ਕੁਝ ਦ੍ਰਿਸ਼ ਉਸ ਦਾਦੀ ਦੀਆਂ ਅੱਖਾਂ ਦੇ ਮੂਹਰੇ ਆਂਦਾ ਪਿਆ। ਪਰ ਪਰਪੱਕ ਹੈ, ਡੋਲੀ ਨਹੀਂ, ਘਬਰਾਈ ਨਹੀਂ, ਦ੍ਰਿੜ ਆਰਾਧੇ ਵਾਲੀ ਮਾਂ ਪਰਪੱਕ ਹੈ, ਗੁਰਮੁਖੋ ਪਰਪੱਕ। ਉਹਨਾਂ ਨੂੰ ਪਰਪੱਕ ਕਰ ਦਿੱਤਾ। ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, 27 ਦਸੰਬਰ 13 ਪੋਹ 1704 ਦਾ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਹੋਇਆ ਤੇ ਦਾਦੀ ਮਾਂ ਨੇ ਫਤਿਹ ਸਿੰਘ ਤੇ ਜੋਰਾਵਰ ਨੂੰ ਉਠਾਇਆ। ਉਹਨਾਂ ਨੂੰ ਉਠਾਇਆ, ਕਹਿਣ ਲੱਗੀ, ਲਾਲ ਉਠੋ। ਉੱਠੇ ਨੇ। ਫਿਰ ਕਹਿਣ ਲੱਗੇ, ਜਪਜੀ ਸਾਹਿਬ ਦਾ ਮੈਂ ਪਾਠ ਪੜਾਂਗੀ, ਤੁਸੀਂ ਬਹਿ ਕੇ ਸੁਣਿਓ। ਜਪਜੀ ਸਾਹਿਬ ਪੜਿਆ, ਜਾਪ ਪੜਿਆ, ਤਵੈ ਪ੍ਰਸਾਦ ਸਵਈਏ, ਚੌਪਈ, ਆਨੰਦ ਪੜਿਆ। ਯਾਦ ਰੱਖਣਾ ਗੁਰਮੁਖੋ, ਸ਼ਹੀਦ ਹੋਣ ਤੋਂ ਪਹਿਲਾਂ ਆਨੰਦ ਗਾਇਆ, ਕਿਉਂਕਿ ਸਿੱਖ ਜੰਮਦਾ ਤਾਂ ਵੀ ਆਨੰਦ, ਸਿੱਖ ਮਰਦਾ ਤਾਂ ਵੀ ਆਨੰਦ, ਹਮੇਸ਼ਾ ਆਨੰਦ 'ਚ ਰਿਹਾ। ਦੇਖੋ ਗੁਰਮੁਖੋ, ਭੋਗ ਪੈਂਦਾ ਤੇ ਪੜ੍ਹਦੇ ਆ ਨਾ, ਆਨੰਦ ਭਇਆ ਮੇਰੀ ਮਾਏ, ਇਹ ਸਾਡੇ ਸਿੱਖਾਂ 'ਚ ਹੀ ਆ ਨਾ, ਹੋਰ ਕਿਤੇ ਤੇ ਨਹੀਂ ਕੋਈ ਆਨੰਦ ਦੀ ਗੱਲ ਕਰਦਾ। ਜੇ ਸਾਡੇ ਮਰਗ ਦਾ ਭੋਗ ਹੋਵੇ, ਅਸੀਂ ਤਾਂ ਵੀ ਕਹਿੰਦੇ ਹਾਂ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜੇ ਵਿਆਹ ਹੈ ਤਾਂ ਵੀ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜੇ ਗੁਰਮੁਖੋ ਮਰਨਾ ਹੈ, ਜੇ ਜੰਮਣਾ ਹੈ, ਆਨੰਦ ਹੀ ਆਨੰਦ ਹੈ, ਕਿਉਂਕਿ ਗੁਰੂ ਨੇ ਸਿੱਖਾਂ ਨੂੰ ਮਰਨ ਵੇਲੇ, ਜੰਮਣ ਵੇਲੇ, ਕਾਰਜ ਵੇਲੇ ਆਨੰਦ ਹੀ ਆਨੰਦ ਦਿੱਤਾ ਹੈ। ਸਿੱਖ ਆਉਂਦਾ ਤਾਂ ਵੀ ਆਨੰਦ, ਸਿੱਖ ਜਾਂਦਾ ਤੇ ਤਾਂ ਵੀ ਆਨੰਦ ਵਿੱਚ। ਗੁਰਮੁਖੋ 5 ਬਾਣੀਆਂ ਦਾ ਜਾਪ ਦਾਦੀ ਨੇ ਆਪਣੇ ਪੋਤਿਆਂ ਨੂੰ ਸੁਣਾਇਆ ਹੈ, ਸੁਣਿਆ ਹੈ। ਉਸ ਵੇਲੇ ਗੁਰਮੁਖੋ ਜਦੋਂ ਸੂਰਜ ਦੀ ਟਿੱਕੀ ਨਿਕਲੀ ਨਾ, ਥੋੜਾ ਜਿਹਾ ਨਿੱਘ ਮਹਿਸੂਸ ਹੋਣ ਲੱਗਾ। ਅਜੇ ਕੋਲ ਬੈਠੇ ਨੇ ਪੋਤੇ। ਉਸ ਤੋਂ ਬਾਅਦ ਕਹਿੰਦੇ ਨੇ ਸਿਪਾਹੀ ਆਏ। ਅੱਜ ਕਹਿਰ ਵਰਤਣਾ ਨਾ, ਸਿਪਾਹੀ ਆਏ ਤੇ ਕਹਿਣ ਲੱਗੇ, ਸਾਡੇ ਨਾਲ ਇਹਨਾਂ ਨੂੰ ਤੋਰ ਦਿਓ, ਕਿਉਂਕਿ ਅਸੀਂ ਇਹਨਾਂ ਨੂੰ ਅੱਜ ਸ਼ਹੀਦ ਕਰ ਦੇਣਾ ਹੈ। ਤੇ ਜਾਣ ਤੋਂ ਪਹਿਲਾਂ ਦਾਦੀ ਕਹਿੰਦੀ ਆ,
ਜਦੋਂ ਕਿਸੇ ਨੂੰ ਲਾੜਾ ਸਜਾਇਆ ਜਾਂਦਾ ਨਾ, ਉਹਦੇ ਸੀਸ ਤੇ ਕਲਗੀ ਲਾਈ ਜਾਂਦੀ ਹੈ, ਉਹਦੇ ਸਿਹਰੇ ਲਾਏ ਜਾਂਦੇ ਨੇ ਜਦੋਂ ਕੋਈ ਬਰਾਤੇ ਚੜ੍ਹਦਾ ਹੈ। ਅੱਜ ਮੇਰੇ ਜ਼ੋਰਾਵਰ ਫਤਿਹ ਸਿੰਘ ਨੇ ਬਰਾਤੇ ਚੜ੍ਹਨਾ ਹੈ, ਸਿਪਾਹੀਓ ਮੈਂ ਇਹਨਾਂ ਦਾ ਸ਼ਗਨ ਕਰ ਲਵਾਂ, ਇਹਨਾਂ ਦਾ ਸ਼ਗਨ ਕਰ ਲਵਾਂ, ਇਹਨਾਂ ਦੀਆਂ ਘੋੜੀਆਂ ਗਾ ਲਵਾਂ। ਕਿਉਂਕਿ ਵਿਆਹ ਦੇ ਟਾਈਮ ਘੋੜੀਆਂ ਗਾਈਆਂ ਜਾਂਦੀਆਂ ਨੇ ਨਾ, ਤੇ ਇਸੇ ਤਰ੍ਹਾਂ ਮਾਂ ਗੁਜਰ ਕੌਰ ਨੇ ਵੀ ਘੋੜੀਆਂ ਗਾਈਆਂ ਠੰਡੇ ਬੁਰਜ ਦੇ ਵਿੱਚ। ਦੇਖੋ, ਮੁਸੀਬਤ ਹੋਵੇ ਅੱਤ ਦੀ, ਠੰਡ ਹੋਵੇ ਅੱਤ ਦੀ, ਖਾਣ ਵਾਸਤੇ ਵੀ ਕੁਝ ਨਾ ਹੋਵੇ, ਤੇ ਤਨ ਨਾਲ ਕੀ ਬੀਤਦੀ ਹੈ। ਪਰ ਇੰਨੀ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਉਹ ਦਾਦੀ ਗੁਰਮੁਖੋ ਕੀ ਗਾਉਂਦੀ, ਘੋੜੀਆਂ ਗਾਉਂਦੀ ਹੈ। ਜ਼ੋਰਾਵਰ ਫਤਿਹ ਸਿੰਘ ਘੋੜੀ ਚੜ੍ਹੇ, ਬੁਰਜ ਵਿੱਚ ਬੈਠੀ ਦਾਦੀ ਸ਼ਗਨ ਕਰੇ, ਜ਼ੋਰਾਵਰ ਫਤਿਹ ਸਿੰਘ ਘੋੜੀ ਚੜ੍ਹੇ। ਕਿਸੇ ਨੇ ਬੜਾ ਸੋਹਣਾ ਆਪਣੀ ਕਲਮ ਦੇ ਨਾਲ ਲਿਖਿਆ ਹੈ, ਸ਼ਗਨ ਕਰਦੀ ਹੈ, ਆਨੰਦ ਮਨਾਉਂਦੀ ਹੈ, ਕਿਉਂਕਿ ਇਹ ਵੀ ਪਤਾ ਵੀ ਇਹਨਾਂ ਦਾ ਵਿਆਹ ਇਹੋ ਜਿਹਾ ਹੋਣਾ ਹੈ ਲਾੜੀ ਮੌਤ ਨਾਲ, ਕਿ ਪਰਤ ਕੇ ਇਹਨਾਂ ਨੇ ਮੇਰੇ ਕੋਲ ਨਹੀਂ ਆਉਣਾ। ਕਲਗੀਆਂ ਲਾਉਣ ਵਾਸਤੇ ਸਾਂਭੀਆਂ ਨੇ, ਕਹਿੰਦੇ ਨੇ ਇਤਿਹਾਸਕਾਰ ਕਹਿੰਦੇ ਨੇ ਨੀਲੇ ਰੰਗ ਦੇ ਬਾਣੇ, ਨੀਲੇ ਰੰਗ ਦੇ ਬਾਣੇ ਤੇ ਚੂੜੀਦਾਰ ਪਜਾਮੀਆਂ। ਉਹ ਮਾਂ ਗੁਜਰ ਕੌਰ ਨੇ ਬਸਤਰ ਕੋਲ ਸਾਂਭ ਕੇ ਰੱਖੇ ਆ, ਪਤਾ ਸੀ ਸ਼ਹਾਦਤਾਂ ਹੋਣਗੀਆਂ, ਇਹ ਬਸਤਰ ਮੈਂ ਇਹਨਾਂ ਦੇ ਤਨ ਤੇ ਸਜਾਵਾਂਗੀ। ਕਹਿੰਦੇ ਨੇ ਚੂੜੀਦਾਰ ਪਜਾਮੀਆਂ ਤੇ ਉਸ ਵੇਲੇ ਨੀਲੇ ਰੰਗ ਦੇ ਚੋਲੇ ਮਾਂ ਨੇ ਕੱਢੇ, ਉਹਨਾਂ ਦੇ ਮੁੱਖ ਧੋਤੇ। ਸਭ ਤੋਂ ਪਹਿਲਾਂ ਫਤਿਹ ਸਿੰਘ ਨੂੰ ਤਿਆਰ ਕੀਤਾ ਹੈ। ਫਤਿਹ ਸਿੰਘ ਦੇ ਤਨ ਤੇ ਚੋਲਾ ਧਾਰਨ ਕੀਤਾ ਨੀਲੇ ਰੰਗ ਦਾ, ਚੂੜੀਦਾਰ ਪੈਜਾਮੀ ਪਹਿਨਾਈ ਹੈ, ਨੀਲੇ ਰੰਗ ਦੀ ਦਸਤਾਰ ਬੰਨੀ ਹੈ, ਤੇ ਗੁਰਮੁਖੋ ਸੀਸ ਤੇ ਕਲਗੀ ਲਾ ਦਿੱਤੀ। ਫਤਿਹ ਸਿੰਘ ਨੂੰ ਵੀ ਸਜਾਇਆ ਹੈ, ਲਾੜੇ ਬਣਾ ਦਿੱਤੇ। ਲਾੜੇ ਬਣਾਉਣ ਤੋਂ ਬਾਅਦ ਦਾਦੀ ਨੇ ਹਿੱਕ ਨਾਲ ਲਾ ਕੇ ਉਹਨਾਂ ਦੇ ਮੱਥਿਆਂ ਨੂੰ ਚੁੰਮਿਆ ਹੈ, ਉਹਨਾਂ ਨੂੰ ਘੁੱਟ-ਘੁੱਟ ਕੇ ਗਲ ਨਾਲ ਲਾਇਆ ਹੈ। ਮੇਰੇ ਲਾਲ ਦੇ ਲਾਲੋ, ਮੈਂ ਤੁਹਾਡੇ ਤੋਂ ਕੁਰਬਾਨ ਜਾਨੀ ਹਾਂ, ਸਿਦਕ ਨਾ ਹਾਰਿਓ, ਘਬਰਾਇਓ ਨਾ, ਦਾਦੇ ਦੀ ਪੱਗ ਨੂੰ ਦਾਗ ਨਾ ਲੱਗਣ ਦਿਓ, ਸਿਰ ਉੱਚਾ ਚੱਕ ਕੇ ਸ਼ਹਾਦਤਾਂ ਦਾ ਜਾਮ ਪੀਣਾ ਤੁਸਾਂ ਨੇ। ਕਹਿੰਦੇ ਤਿਆਰ ਹੋਏ, ਲਾੜੇ ਬਣ ਗਏ, ਸੀਸ ਤੇ ਕਲਗੀਆਂ ਸੋਭ ਗਈਆਂ, ਨੀਲੇ ਬਾਣੇ ਧਾਰਨ ਕਰ ਲਏ। ਅੱਜ ਜਲਾਦ ਗੁਰਮੁਖੋ ਜਦੋਂ ਮਾਂ ਦੇ ਕੋਲੋਂ ਲੈ ਕੇ ਚੱਲੇ ਨੇ ਨਾ, ਮਾਂ ਨੇ ਉਹਨਾਂ ਦੇ ਮੁਖੜਿਆਂ ਨੂੰ ਤੱਕਿਆ ਹੈ। ਕਹਿੰਦੇ ਜਦੋਂ ਲੈ ਤੁਰੇ, ਬਾਬਾ ਫਤਿਹ ਸਿੰਘ ਜ਼ੋਰਾਵਰ 2 ਪੌੜੀਆਂ ਜਦੋਂ ਥੱਲੇ ਉਤਰੇ ਨਾ, ਤੇ ਫਤਿਹ ਸਿੰਘ ਪਰਤ ਕੇ ਮਾਂ ਕੋਲ ਫਿਰ ਵਾਪਸ ਆ ਗਿਆ। ਤੇ ਬੁੱਢੜੀ ਮਾਂ ਦਾਦੀ ਪੁੱਛਦੀ, ਫਤਿਹ ਸਿੰਘ ਕੀ ਗੱਲ, ਵਾਪਸ ਕਿਉਂ ਆ ਗਿਆ? ਉੱਥੇ ਕਿਹਾ, ਮਾਂ ਮੈਂ ਇੱਕ ਗੱਲ ਤੈਨੂੰ ਕਹਿਣ ਆਇਆ ਵਾਂ। ਇੱਕ ਗੱਲ ਕਹਿਣ ਲੱਗੇ, 10 ਲਾਲ। ਉੱਥੇ ਕਹਿੰਦੇ ਨੇ, ਮਾਂ ਅਸੀਂ ਹੁਣ ਸੱਚਖੰਡ ਚਲੇ ਜਾਣਾ ਹੀ, ਪਿੱਛੋਂ ਤੈਨੂੰ ਅਸੀਂ ਉਡੀਕਦੇ ਨਾ ਰਹੀਏ, ਤੂੰ ਵੀ ਛੇਤੀ ਆ ਜਾਈਂ। ਆਖੋ ਸਤਨਾਮ। ਮਾਂ ਤੈਨੂੰ ਅਸੀਂ ਸੱਚਖੰਡ ਵਿੱਚ ਉਡੀਕਾਂਗੇ, ਦੇਰ ਨਾ ਲਾਈ, ਅਸੀਂ ਤੇਰੀ ਵੇਟ ਕਰਾਂਗੇ, ਤੂੰ ਜਲਦੀ ਸਾਡੇ ਕੋਲ ਆ ਜਾਈਂ। ਅੱਜ ਤੇਰਾ ਫਤਿਹ ਸਿੰਘ ਤੈਨੂੰ ਛੱਡ ਕੇ ਚੱਲਿਆ ਈ, ਫਤਿਹ ਸਿੰਘ ਦਾ ਮਾਂ ਤੇਰੇ ਤੋਂ ਬਿਨਾਂ ਜੀ ਨਹੀਂ ਲੱਗਣਾ। ਆਖੋ ਸਤਨਾਮ। ਤੇਰੇ ਤੋਂ ਬਿਨਾਂ ਮੇਰਾ ਜੀ ਨਹੀਂ ਲੱਗਣਾ, ਜ਼ੋਰਾਵਰ ਸਿੰਘ ਦਾ ਜੀ ਨਹੀਂ ਲੱਗਣਾ, ਤੂੰ ਜਲਦੀ ਆ ਜਾਈਂ। ਉੱਥੇ ਮਾਂ ਨੇ ਕਿਹਾ ਸੀ, ਮੇਰੇ ਹੀਰਿਓ ਤੁਸੀਂ ਚਲੋ, ਮੈਂ ਤੁਹਾਡੇ ਪਿੱਛੇ ਹੀ ਆਈ, ਤੁਸੀਂ ਚਲੋ, ਮੈਂ ਤੁਹਾਡੇ ਪਿੱਛੇ ਆ ਜਾਵਾਂਗੀ। ਬਾਬਾ ਫਤਿਹ ਸਿੰਘ ਜ਼ੋਰਾਵਰ ਸਿੰਘ ਗੁਰਮੁਖੋ ਜਦੋਂ ਤੁਰੇ, ਉਸ ਮਾਤਾ ਦੇ ਨਾਲ ਕੀ ਬੀਤੀ ਹੋਵੇਗੀ, ਉਸ ਮਾਂ ਨਾਲ ਕੀ ਬੀਤੀ ਹੋਵੇਗੀ ਜਦੋਂ ਗੁਰਮੁਖੋ ਉਹਨਾਂ ਨੂੰ ਬੁਰਜ ਦੇ ਵਿੱਚੋਂ ਤੋਰਿਆ ਹੋਊਗਾ ਆਖਰੀ ਵਾਰ। ਅੱਗੇ ਤੋਰਦੀ ਸੀ, ਪਰਤ ਕੇ ਆ ਜਾਂਦੇ ਸਨ, ਅੱਜ ਪਤਾ ਪਰਤ ਕੇ ਨਹੀਂ ਆਉਣਾ। ਅੱਜ ਬੁਰਜ ਦੇ ਵਿੱਚ ਖੜੀ ਤੱਕਦੀ ਪਈ ਆ, ਅੱਗੇ ਅੱਗੇ ਜ਼ੋਰਾਵਰ ਸਿੰਘ ਚੱਲਦਾ ਪਿਆ ਏ, ਪਿੱਛੇ ਪਿੱਛੇ ਫਤਿਹ ਸਿੰਘ ਚੱਲਦਾ ਪਿਆ ਵਾ, ਸਿਪਾਹੀ ਨਾਲ ਚੱਲਦੇ ਪਏ ਆ। ਦੋਵੇਂ ਗੁਰਮੁਖੋ ਕਾਹਲੀ ਦੇ ਵਿੱਚ ਤੁਰੇ ਜਾਂਦੇ ਆ, ਤੁਰੇ ਜਾਂਦੇ ਨੇ।
ਤੇ ਜਦੋਂ ਕਹਿੰਦੇ ਨੇ ਕਚਹਿਰੀ ਦੇ ਵਿੱਚ ਗਏ, ਅੱਗੇ ਜਲਾਦ ਵੀ ਤਿਆਰ ਨੇ, ਕਾਜੀ ਵੀ ਤਿਆਰ ਹੈ, ਸਭ ਗੁਰਮੁਖੋ ਇੱਟਾਂ ਚੂਨਾ ਉਹ ਵੀ ਤਿਆਰ ਹੈ। ਜਿੱਥੇ ਨੀਹਾਂ ਪੁੱਟੀਆਂ ਗਈਆਂ ਉਹ ਸਭ ਗੁਰਮੁਖੋ ਤੁਸੀਂ ਜਾਣਦੇ ਹੋ। ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਨਾ, ਉਹਦੇ ਅੰਦਰ ਅੱਜ ਵੀ ਉਹ ਨੀਹਾਂ ਮੌਜੂਦ ਨੇ ਜਿਸ ਜਗ੍ਹਾ ਤੇ ਨੀਹਾਂ ਪੱਟੀਆਂ ਗਈਆਂ। ਉਹ ਜਗ੍ਹਾ ਬਕਾਇਦਾ ਚੁਣੀ ਗਈ ਵਜ਼ੀਰ ਖਾਂ ਵੱਲੋਂ। ਉਹ ਜਗ੍ਹਾ ਨੂੰ ਚੁਣਿਆ ਗਿਆ ਜਿਸ ਜਗ੍ਹਾ ਤੇ ਨੀਹਾਂ ਪੁੱਟਣੀਆਂ ਨੇ ਸਾਹਿਬਜ਼ਾਦਿਆਂ ਨੂੰ, ਉੱਥੇ ਲਿਆਂਦਾ ਗਿਆ। ਜਦੋਂ ਸ਼ਹਾਦਤਾਂ ਹੋਣੀਆਂ ਸੀ ਉਦੋਂ ਗੁਰਮੁਖੋ ਸਰਹੰਦ ਦੇ ਵਿੱਚ ਇੱਕ ਢੰਡੋਰਾ ਪਟਾ ਦਿੱਤਾ ਸੀ ਵੀ ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਕਤਲ ਕਰਨਾ ਹੈ। ਜਿਨ੍ਹੇ ਇਹ ਕੁਝ ਵੇਖਣਾ ਤੇ ਉਹ ਇਕੱਠੇ ਹੋ ਕੇ ਆ ਜਾਣ। ਸਵੇਰੇ ਤਕਰੀਬਨ 11:30 ਦੇ ਨੇੜੇ ਤੇੜੇ ਦਾ ਸਮਾਂ ਹੋਵੇਗਾ ਜਦੋਂ ਸ਼ਹਾਦਤਾਂ ਹੁੰਦੀਆਂ ਨੇ। ਗੁਰਮੁਖੋ ਕਹਿੰਦੇ ਨੇ ਲੋਕ ਇਕੱਠੇ ਹੋ ਗਏ, ਸਰਹੰਦ ਦੇ ਲੋਕ, ਕੁਝ ਦਰਦ ਰੱਖਣ ਵਾਲੇ ਆ, ਕੁਝ ਪੱਥਰ ਦਿਲ ਨੇ। ਇੱਥੇ ਗੁਰਮੁਖੋ ਚੂਨਾ ਲਿਆਂਦਾ, ਇੱਟਾਂ ਲਿਆਂਦੀਆਂ। ਇੱਥੇ ਸ਼ਮਸ਼ ਬੇਗ, ਬਾਸ਼ਲ ਬੇਗ, ਸਾਸਲ ਬੇਗ, ਇਹ ਜਲਾਦ ਵੀ ਮੌਜੂਦ ਨੇ, ਕਾਜੀ ਵੀ ਮੌਜੂਦ ਹੈ, ਸੂਬਾ ਸਰਹੰਦ ਵੀ ਮੌਜੂਦ ਆ। ਤੇ ਸਾਹਿਬਜ਼ਾਦਿਆਂ ਨੂੰ ਉੱਥੇ ਖਿਲਾਰਿਆ ਗਿਆ। ਆਲੇ ਦੁਆਲੇ ਕੰਧਾਂ ਕੱਢਣੀਆਂ ਆਰੰਭ ਕਰ ਦਿੱਤੀਆਂ ਗਈਆਂ। ਮਿਸਤਰੀ ਨੇ ਗੁਰਮੁਖੋ ਚੂਨਾ ਲਾਇਆ, ਉੱਤੇ ਇੱਟ ਰੱਖੀ। ਐਦਾਂ ਇੱਟ ਰੱਖਦਾ ਜਾਂਦਾ ਹੈ। ਜਦੋਂ ਇੱਟਾਂ ਗੋਡਿਆਂ ਤੱਕ ਪਹੁੰਚੀਆਂ ਨਾ, ਕਾਜੀ ਕਹਿਣ ਲੱਗਾ ਅਜੇ ਵੀ ਵੇਲਾ ਹੈ, ਜੇ ਤੁਸੀਂ ਈਨ ਕਬੂਲ ਕਰ ਲਵੋ ਤੇ ਤੁਹਾਨੂੰ ਛੱਡ ਦਿੱਤਾ ਜਾਏਗਾ। ਉੱਥੇ ਗੁਰਮੁਖੋ ਪਰਮਾਤਮਾ ਦੇ ਨਾਲ ਸੁਰਤ ਜੋੜੀ ਸੀ। ਉਹਨਾਂ ਸਾਹਿਬਜ਼ਾਦਿਆਂ ਨੇ ਸਿਰ ਹਿਲਾ ਕੇ ਕਹਿ ਦਿੱਤਾ ਸੀ ਅਸੀਂ ਪ੍ਰਵਾਨ ਨਹੀਂ ਕਰਦੇ ਤੁਹਾਡੀਆਂ ਇਹਨਾਂ ਸ਼ੌਹਰਤਾਂ ਨੂੰ, ਇਹਨਾਂ ਡਰਾਵਿਆਂ ਨੂੰ, ਤੇ ਨਾ ਤੁਹਾਡੇ ਧਰਮ ਨੂੰ। ਅਸੀਂ ਆਪਣੇ ਧਰਮ ਦੇ ਵਿੱਚ ਬਰਕਰਾਰ ਹਾਂ, ਅਸੀਂ ਆਪਣੇ ਧਰਮ ਦੇ ਵਿੱਚ ਪ੍ਰਪੱਖ ਹਾਂ, ਪਰ ਅਸੀਂ ਆਪਣਾ ਧਰਮ ਛੱਡ ਕੇ ਕਿਸੇ ਦਾ ਧਰਮ ਨਹੀਂ ਕਬੂਲ ਕਰਦੇ। ਪਰ ਜੇ ਕਿਸੇ ਦੇ ਧਰਮ ਤੇ ਆਂਚ ਆਉਂਦੀ ਤੇ ਕਿਸੇ ਦਾ ਧਰਮ ਬਚਾ ਜ਼ਰੂਰ ਦਿੰਦੇ ਆ। ਆਖੋ ਸਤਨਾਮ। ਕਿਸੇ ਦਾ ਧਰਮ ਬਚਾ ਜ਼ਰੂਰ ਦਿੰਦੇ ਆ, ਪਰ ਉਹਦਾ ਧਰਮ ਨਹੀਂ ਧਾਰਨ ਕਰਦੇ। ਇਹ ਸਾਡੇ ਧਰਮ ਦਾ ਵਿਰੁੱਧ ਹੈ। ਇੱਟਾਂ ਗੋਡਿਆਂ ਤੋਂ ਉੱਪਰ ਚਲੀਆਂ ਗਈਆਂ। ਫਿਰ ਗੁਰਮੁਖੋ ਕਮਰ ਤੱਕ ਕਹਿੰਦੇ ਨੇ ਇੱਟਾਂ ਆਈਆਂ ਨੇ। ਇੱਟ ਤੇ ਇੱਟ ਰੱਖੀ ਜਾਂਦਾ ਹੈ ਮਿਸਤਰੀ। ਤੇ ਜਦੋਂ ਗੁਰਮੁਖੋ ਛਾਤੀ ਦੇ ਕੋਲ ਇੱਟਾਂ ਗਈਆਂ ਨੇ, ਦੀਵਾਰ ਗਈ ਹੈ, ਫਿਰ ਪੁੱਛਿਆ ਅਜੇ ਵੀ ਵੇਲਾ ਹੈ, ਅਜੇ ਵੀ ਵਕਤ ਹੈ। ਪਰ ਫਿਰ ਵੀ ਗੁਰਮੁਖੋ ਸਾਹਿਬਜ਼ਾਦੇ ਉਸ ਪਰਮਾਤਮਾ ਦੀ ਬਾਣੀ ਦੇ ਨਾਲ, ਜਪਜੀ ਸਾਹਿਬ ਦੇ ਪਾਠ ਦੇ ਨਾਲ ਜੁੜੇ ਸਨ। ਅੱਖਾਂ ਬੰਦ ਤੇ ਜਪਜੀ ਸਾਹਿਬ ਦੋਨੋਂ ਸਾਹਿਬਜ਼ਾਦੇ ਪੜ੍ਹਦੇ ਪਏ। ਹੌਲੀ ਹੌਲੀ ਇੱਟਾਂ ਠੋਡੀ ਕੋਲ ਚਲੀਆਂ ਗਈਆਂ ਤੇ ਗੁਰਮੁਖੋ ਫਿਰ ਨਾਸਕਾਂ ਦੇ ਕੋਲ, ਫਿਰ ਸਾਹਿਬਜ਼ਾਦਿਆਂ ਦੇ ਚਿਹਰੇ ਵੀ ਢੱਕ ਦਿੱਤੇ ਉਹਨਾਂ ਦੀਵਾਰਾਂ ਨੇ। ਆਲੇ ਦੁਆਲੇ ਦੀਵਾਰਾਂ ਨੇ। ਜਿਉਂ-ਜਿਉਂ ਦੀਵਾਰਾਂ ਉਸਰਦੀਆਂ ਜਾਂਦੀਆਂ ਨੇ ਤੇ ਇਤਿਹਾਸਕਾਰ ਕਹਿੰਦੇ ਤਿਉਂ-ਤਿਉਂ ਦਮ ਘੁੱਟਦਾ ਜਾਂਦਾ ਹੈ, ਦਮ ਘੁੱਟਦਾ ਜਾਂਦਾ ਹੈ। ਜਦੋਂ ਗੁਰਮੁਖੋ ਇਹ ਕੰਧਾਂ ਉਸਰ ਗਈਆਂ, ਸਾਹਿਬਜ਼ਾਦੇ ਕੰਧਾਂ ਦੇ ਓਹਲੇ ਹੋ ਗਏ, ਕਲੀਆਂ ਦੇ ਫੁੱਲ ਲੁਕ ਗਏ। ਪਰ ਇੱਕ ਗੱਲ ਯਾਦ ਰੱਖਣਾ, ਜੇ ਫੁੱਲ ਗੁਰਮੁਖੋ ਦੀਵਾਰ ਦੇ ਪਾਰ ਲੱਗਾ ਹੋਵੇ ਨਾ ਤੇ ਮਹਿਕ ਫਿਰ ਵੀ ਆਉਂਦੀ ਆ। ਫੁੱਲ ਦੀ ਮਹਿਕ ਫਿਰ ਵੀ ਆਵੇਗੀ, ਪਰ ਯਾਦ ਰੱਖਣਾ ਇਹਨਾਂ ਸਾਹਿਬਜ਼ਾਦਿਆਂ ਨੇ ਮਹਿਕ ਫਿਰ ਵੀ ਬਖੇਰੀ। ਇਹਨਾਂ ਨੇ ਮਹਿਕ ਫਿਰ ਵੀ ਦਿੱਤੀ। ਦੀਵਾਰਾਂ ਉਸਰੀਆਂ ਨੇ। ਕਹਿੰਦੇ ਨੇ ਜਦੋਂ ਦਮ ਘੁੱਟਿਆ ਤੇ ਬੇਹੋਸ਼ ਹੋ ਗਏ। ਇਤਿਹਾਸਕਾਰ ਕਹਿੰਦੇ ਬਾਬੇ ਫਤਿਹ ਸਿੰਘ ਦਾ ਜਿਹੜਾ ਸਰੀਰ ਸੀ ਨਾ, ਉਹ ਇੱਕ ਪਾਸੇ ਲੁਟਕ ਗਿਆ। ਜਦੋਂ ਗੁਰਮੁਖੋ ਬਾਬਾ ਫਤਿਹ ਸਿੰਘ ਦੀਵਾਰ ਦੇ ਵਿੱਚ ਡਿੱਗਾ ਨਾ, ਤੇ ਉਸ ਵੇਲੇ ਦੀਵਾਰ ਜਿਹੜੀ ਅਜੇ ਉਹ ਸਾਰੀ ਸੀ, ਪੱਕੀ ਨਹੀਂ ਸੀ, ਤੇ ਗੁਰਮੁਖੋ ਨਾਲ ਦੀ ਨਾਲ ਹੀ ਦੜ ਦੜ ਕਰਕੇ ਦੀਵਾਰਾਂ ਡਿੱਗ ਪਈਆਂ। ਦੀਵਾਰਾਂ ਡਿੱਗੀਆਂ। ਸਾਹਿਬਜ਼ਾਦਿਆਂ ਦੇ ਗੁਰਮੁਖੋ ਮੱਥੇ ਤੇ ਸਰੀਰ ਉੱਪਰ ਇਹ ਸੱਟਾਂ ਚੋਟਾਂ ਲੱਗੀਆਂ ਨੇ, ਪਰ ਸਾਹਿਬਜ਼ਾਦੇ ਉਸ ਵੇਲੇ ਬੇਹੋਸ਼ ਹੋ ਗਏ। ਇੱਟਾਂ ਉੱਪਰ ਡਿੱਗ ਪਈਆਂ ਸਾਹਿਬਜ਼ਾਦਿਆਂ ਦੇ। ਕਹਿੰਦੇ ਜਦੋਂ ਇੱਟਾਂ ਡਿੱਗਦੀਆਂ ਨੇ ਨਾ ਦੀਵਾਰਾਂ, ਇਹ ਜ਼ੁਲਮ ਕਰਨ ਵਾਲੇ ਭੱਜ ਕੇ ਪਾਸੇ ਹੋ ਗਏ, ਪਾਸੇ ਹੋ ਗਏ। ਤੇ ਉਥੇ ਕਈ ਰੋਏ, ਕੁਰਲਾਏ। ਕਹਿੰਦੇ ਨੇ ਜਦੋਂ ਸਾਹਿਬਜ਼ਾਦਿਆਂ ਤੇ ਦੀਵਾਰਾਂ ਡਿੱਗਦੀਆਂ ਨੇ ਤੇ ਅਸਮਾਨ ਨੇ ਵੀ ਹੰਝਰੂ ਜਿਹੜੇ ਅਥਰੂ ਵਗਾਏ ਨੇ।
ਹਵਾਵਾਂ ਨੇ ਵੀ ਵੈਣ ਪਾਇਆ, ਸਰਹੰਦ ਦੇ ਲੋਕ ਵੀ ਭੁੱਬਾ ਮਾਰ ਕੇ ਰੋਏ। ਇੱਥੇ ਹੀ ਬਸ ਨਹੀਂ, ਸਾਹਿਬਜ਼ਾਦਿਆਂ ਤੇ ਕੰਧਾਂ ਡਿੱਗੀਆਂ ਤੇ ਬੇਹੋਸ਼ ਹੋਏ, ਪਰ ਸ਼ਹੀਦ ਨਹੀਂ ਹੋਏ। ਉਦੋਂ ਸ਼ਹੀਦੀ ਨਹੀਂ ਹੋਈ, ਉਹ ਬੇਹੋਸ਼ ਹੋ ਗਏ ਸਨ। ਫਿਰ ਕਹਿੰਦੇ ਵਜ਼ੀਰ ਖਾਨ ਨੇ ਉਸ ਵੇਲੇ ਇਸ਼ਾਰਾ ਕੀਤਾ ਇਹਨਾਂ ਜਲਾਦਾਂ ਨੂੰ ਕਹਿਣ ਲੱਗਾ ਵੀ ਇਹਨਾਂ ਦੀਆਂ ਗਰਦਨਾਂ ਨੂੰ ਅਲੱਗ ਕਰ ਦਿਓ, ਇਹਨਾਂ ਨੂੰ ਕਤਲ ਕਰ ਦਿਓ। ਪਹਿਲਾਂ ਇਹ ਬੇਹੋਸ਼ ਸਨ, ਜਦੋਂ ਹੋਸ਼ ਆਈ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਪੁੱਛਦੇ ਨੇ, ਤਨ ਤੇ ਸੱਟਾਂ ਨੇ, ਪਰ ਫਿਰ ਵੀ ਸਾਹਿਬਜ਼ਾਦੇ ਇੰਨੇ ਪ੍ਰਪੱਖ ਨੇ, ਸੱਟਾਂ ਲੱਗਣ ਦੇ ਬਾਵਜੂਦ ਵੀ ਕਹਿੰਦੇ ਨੇ ਸਾਨੂੰ ਈਨ ਕਬੂਲ ਨਹੀਂ ਆ। ਆਖੋ ਸਤਨਾਮ। ਇੰਨੇ ਵੱਡੇ ਤਸੀਹੇ, ਇੱਟਾਂ ਉੱਪਰ ਪਈਆਂ ਨੇ ਸਰੀਰਾਂ ਦੇ, ਤੇ ਹੋਸ਼ ਵਿੱਚ ਆ ਗਏ ਨੇ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਕਹਿੰਦੇ ਗੱਜ ਕੇ, ਅਸੀਂ ਈਨ ਕਬੂਲ ਨਹੀਂ ਕਰਾਂਗੇ, ਸਾਨੂੰ ਸਾਡਾ ਧਰਮ ਪਿਆਰਾ ਹੈ। ਉੱਥੇ ਕਿਹਾ ਸੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਸ ਤੋਂ ਬਾਅਦ ਉਹਨਾਂ ਜਲਾਦਾਂ ਨੇ ਕੀ ਕੀਤਾ ਹੈ, ਕਹਿੰਦੇ ਸਾਹਿਬਜ਼ਾਦਿਆਂ ਦੀਆਂ ਬਾਹਾਂ ਫੜੀਆਂ ਨੇ, ਉਹਨਾਂ ਦੀਆਂ ਲੱਤਾਂ ਫੜੀਆਂ ਨੇ, ਤੇ ਉਹਨਾਂ ਦੀਆਂ ਛਾਤੀਆਂ ਦੇ ਉੱਪਰ ਆਪਣੇ ਗੋਡੇ ਰੱਖ ਕੇ ਨਾ ਹੌਲੀ ਹੌਲੀ ਕਰਕੇ ਕਹਿੰਦੇ ਨੇ ਉਹ ਜਿਹੜੇ ਤਿੱਖੇ ਤਲਵਾਰਾਂ ਸ਼ਸਤਰ ਸਨ, ਉਹ ਗੁਰਮੁਖੋ ਉਹਨਾਂ ਦੀਆਂ ਧੌਣਾਂ ਦੇ ਵਾਰ ਕੀਤਾ ਹੈ, ਵਾਰ ਕੀਤਾ। ਬਾਬਾ ਜੋਰਾਵਰ ਸਿੰਘ ਕਹਿੰਦੇ ਪਹਿਲਾਂ ਚੜ੍ਹਾਈ ਕਰ ਗਏ, ਬਾਬਾ ਫਤਿਹ ਸਿੰਘ 5 ਮਿੰਟ ਲੱਤਾਂ ਮਾਰਦੇ ਰਹੇ। ਆਖੋ ਸਤਨਾਮ। ਬਾਬਾ ਫਤਿਹ ਸਿੰਘ ਦੀ 5 ਮਿੰਟ ਜਾਨ ਨਹੀਂ ਨਿਕਲੀ, 5 ਮਿੰਟ ਬਾਬਾ ਫਤਿਹ ਸਿੰਘ ਤੜਫਦਾ ਰਿਹਾ। ਉੱਥੇ ਖਲੋਤੇ ਧਾਹਾਂ ਮਾਰ ਕੇ ਰੋਂਦੇ ਰਹੇ ਕਈ ਬਾਬੇ ਫਤਿਹ ਸਿੰਘ ਦੇ ਸਰੀਰ ਨੂੰ ਵੇਖ ਕੇ, ਕਿਉਂਕਿ ਵੱਡਾ ਵੀਰ ਪਹਿਲਾਂ ਚਲਾ ਗਿਆ ਪਰ ਛੋਟਾ ਅਜੇ ਨਹੀਂ ਤੁਰਿਆ। ਉੱਥੇ ਗੁਰਮੁਖੋ ਦੇਖੋ, ਪਿੱਛੋਂ ਆਇਆ ਧਰਤੀ ਤੇ ਪਰ ਪਿੱਛੋਂ ਹੀ ਤੁਰਿਆ। ਕਹਿੰਦੇ ਉਸ ਤੋਂ ਬਾਅਦ 5 ਮਿੰਟਾਂ ਬਾਅਦ ਬਾਬੇ ਫਤਿਹ ਸਿੰਘ ਦਾ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ। ਉਧਰ ਮੋਤੀ ਰਾਮ ਮਹਿਰੇ ਦਾ ਹਾਲ ਅਜਿਹਾ ਬੁਰਾ ਹੋ ਗਿਆ, ਜਦੋਂ ਵੇਖਿਆ ਤੱਕਿਆ ਤੇ ਗੁਰਮੁਖੋ ਅੱਖਾਂ ਵਿੱਚ ਪਾਣੀ ਹੌਕੇ ਲੈਂਦਾ, ਤੇ ਸਰੀਰ ਦੇ ਉੱਪਰ ਨਾ ਘਸਮੈਲਾ ਜਿਹਾ ਕੱਪੜਾ ਉਹਦੀ ਬੁੱਕਲ ਮਾਰੀ ਆ, ਤੇ ਬੁਰਜ ਵੱਲ ਨੂੰ ਤੁਰਿਆ ਜਾਂਦਾ ਹੌਲੀ ਹੌਲੀ, ਜਿਵੇਂ ਬੰਦਾ ਬਿਮਾਰ ਹੋਵੇ ਨਾ, ਹੌਲੀ ਹੌਲੀ ਡਿੱਗਦਾ ਡਿੱਗਦਿਆ ਜਾ ਜਾਂਦਾ। ਉਸ ਵਕਤ ਅਜਿਹੀ ਹਾਲਤ ਬਣ ਗਈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਖ ਕੇ ਨਾ ਇੰਨਾ ਕੁ ਜ਼ਿਆਦਾ ਗੁਰਮੁਖੋ ਮਾਯੂਸ ਆ, ਹੌਲੀ ਹੌਲੀ ਤੁਰਦਾ ਹੈ। ਬੁਰਜ ਵਿੱਚ ਜਾ ਕੇ ਮਾਂ ਨੂੰ ਖਬਰ ਦਿੱਤੀ ਕਿ ਮਾਂ, ਤੇਰੇ ਫਰਜ਼ੰਦ, ਤੇਰੇ ਪੋਤੇ ਕਤਲ ਕਰ ਦਿੱਤੇ ਗਏ ਨੇ। ਤੇ ਇਤਿਹਾਸਕਾਰ ਕਹਿੰਦੇ ਨੇ, ਕਈ ਤੇ ਕਹਿੰਦੇ ਧੱਕਾ ਮਾਰਿਆ ਗਿਆ ਮਾਂ ਗੁਜਰ ਕੌਰ ਨੂੰ, ਪਰ ਮਹਾਂਪੁਰਸ਼ ਕਹਿੰਦੇ ਸਨ ਉਹਨਾਂ ਨੇ ਆਪਣਾ ਜਿਹੜਾ ਸਰੀਰ ਸੀ ਨਾ, 10ਮ ਦੁਆਰਾ ਗੁਰਮੁਖੋ ਉਹਨਾਂ ਨੇ ਆਪਣਾ ਸਰੀਰ ਤਿਆਗਿਆ 10ਮ ਦੁਆਰੇ। ਇਸ ਤਰੀਕੇ ਨਾਲ ਉਹਨਾਂ ਨੇ ਗੁਰਮੁਖੋ ਪ੍ਰਾਣਾ ਜਾਮ ਕਰਕੇ ਉਹਨਾਂ ਨੇ ਆਪਣਾ ਸਰੀਰ ਜਿਹੜਾ ਤਿਆਗ ਦਿੱਤਾ ਸੀ। ਜੋਤੀ ਜੋਤ ਸਮਾ ਗਏ ਮਾਤਾ ਜੀ ਬੁਰਜ ਵਿੱਚ ਹੀ ਬੈਠਿਆਂ, ਕਿਉਂਕਿ ਬਾਬੇ ਫਤਿਹ ਸਿੰਘ ਨੇ ਕਿਹਾ ਸੀ, ਦਾਦੀ ਅਸੀਂ ਤੁਰ ਗਏ, ਤੂੰ ਦੇਰ ਨਾ ਲਾਈ। ਉੱਥੇ ਮਾਂ ਨੇ ਕਿਹਾ ਸੀ ਤੁਸੀਂ ਚੱਲੋ, ਮੰਮੀ ਤੁਹਾਡੇ ਪਿੱਛੇ ਆਈ। ਫਿਰ ਗੁਰਮੁਖੋ ਜਦੋਂ ਸ਼ਹਾਦਤਾਂ ਹੋਈਆਂ, ਫਿਰ ਮਾਂ ਨੇ ਤੇ ਜਾਣਾ ਹੀ ਸੀ, ਦਾਦੀ ਨੇ ਤੇ ਜਾਣਾ ਹੀ ਸੀ, ਪੋਤੇ ਉਡੀਕਦੇ ਨੇ। ਇਤਿਹਾਸਕਾਰ ਕਹਿੰਦੇ ਨੇ ਇੱਧਰ ਪੋਤਿਆਂ ਦੀਆਂ ਲਾਸ਼ਾਂ ਪਈਆਂ, ਇਹ ਨਰਦਈ ਧਰਤੀ। ਕਿਤੇ ਗੁਰਮੁਖੋ 1675 ਨੂੰ ਦਿੱਲੀ ਵਿੱਚ ਦਾਦੇ ਦੀ ਲਾਸ਼ ਪਈ ਸੀ, ਧੜ ਕਿਤੇ, ਸੀਸ ਕਿਤੇ। ਅੱਜ ਸਰਹੰਦ ਦੇ ਵਿੱਚ ਪੋਤਿਆਂ ਦੀਆਂ ਲਾਸ਼ਾਂ ਪਈਆਂ ਨੇ, ਚੁੱਕਣ ਵਾਲਾ ਕੋਈ ਨਹੀਂ। ਇਤਿਹਾਸ ਇੱਥੋਂ ਤੱਕ ਵੀ ਕਹਿੰਦਾ ਹੈ, ਕਹਿੰਦੇ ਲਾਸ਼ਾਂ, ਤਿੰਨੇ ਲਾਸ਼ਾਂ ਨਾ ਮਾਂ ਗੁਜਰ ਕੌਰ ਦੀ ਤੇ ਸਾਹਿਬਜ਼ਾਦਿਆਂ ਦੀਆਂ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਸੀ। ਜੰਗਲ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਨਦੀ ਦੇ ਕੰਢੇ ਤੇ ਬਣਿਆ, ਉਸ ਤੋਂ ਟੱਪ ਕੇ ਕਹਿੰਦੇ ਉੱਥੇ ਨਾ ਇੱਕ ਸ਼ੇਰ ਨੇ ਇਹਨਾਂ ਦੇ ਪਵਿੱਤਰ ਸਰੀਰਾਂ ਦੀ ਰਾਖੀ ਵੀ ਕੀਤੀ ਆ, ਵੀ ਇਹਨਾਂ ਦੇ ਸਰੀਰਾਂ ਨੂੰ ਕੋਈ ਮਾਸਾਹਾਰੀ ਜਿਹੜਾ ਜਾਨਵਰ ਹੈ ਉਹ ਇਹਨਾਂ ਦੀਆਂ ਲਾਸ਼ਾਂ ਨੂੰ ਨੋਚੇ ਨਾ। ਉਹ ਸ਼ੇਰ ਦੇ ਅੰਦਰ ਵੀ ਦਇਆ ਆ ਗਈ, ਕਹਿੰਦੇ ਪਰਮਾਤਮਾ ਵਰਤਿਆ। ਉਹ ਸ਼ੇਰ ਕਈ ਘੰਟੇ ਉਹਨਾਂ ਦੀਆਂ ਲਾਸ਼ਾਂ ਦੇ ਕੋਲ ਖੜਾ ਰਿਹਾ, ਕਿਸੇ ਜਾਨਵਰ ਨੂੰ ਨੇੜੇ ਨਹੀਂ ਉਹ ਸ਼ੇਰ ਨੇ ਆਉਣ ਦਿੱਤਾ। ਜਿੱਥੇ ਮਾਂ ਗੁਜਰ ਕੌਰ ਦੀ
ਬਾਬਾ ਫਤਿਹ ਸਿੰਘ ਤੇ ਜੋਰਾਵਰ ਦੀਆਂ ਲਾਸ਼ਾਂ ਪਈਆਂ ਸਨ। ਇੱਧਰ ਗੁਰਮੁਖੋ ਟੋਡਰ ਮੱਲ ਨੂੰ ਪਤਾ ਲੱਗਾ। ਟੋਡਰ ਮੱਲ, ਸੇਠ ਟੋਡਰ ਮੱਲ ਬੜਾ ਦਰਿਆ ਦਿਲੀ ਹੈ ਤੇ ਗੁਰਮੁਖੋ ਅਮੀਰ ਬੰਦਾ ਸੀ। ਇਹਦਾ ਪਿੰਡ ਸੀ ਕਾਕੜੇ। ਕਾਕੜੇ ਪਿੰਡ ਦਾ ਵਾਸਨਿਕ, ਪਰ ਇਹਦੇ ਪੁਰਖੇ ਵਸੇ ਆਣ ਕੇ ਸਰਹੰਦ ਵਸੇ। ਤੇ ਗੁਰਮੁਖੋ ਇਹਨੂੰ ਪਤਾ ਲੱਗਦਾ ਹੈ। ਇਹਨੇ ਸੋਚਿਆ ਵੀ ਗੁਰੂ ਦੇ ਪੁੱਤਰਾਂ ਦੀਆਂ ਲਾਸ਼ਾਂ ਰੁਲਦੀਆਂ ਪਈਆਂ ਨੇ, ਇੱਥੋਂ ਤੱਕ ਹਕੂਮਤ ਕਹਿੰਦੀ ਵੀ ਇਹਨਾਂ ਦੇ ਸਰੀਰਾਂ ਨੂੰ ਜਿਹੜਾ ਚੁੱਕੇਗਾ ਉਹਨੂੰ ਵੀ ਮਾਰ ਦਿੱਤਾ ਜਾਏਗਾ, ਇਹਨਾਂ ਦੇ ਸਰੀਰਾਂ ਦਾ ਸੰਸਕਾਰ ਨਹੀਂ ਕਰ ਦੇਣਾ। ਉਸ ਵੇਲੇ ਬਾਬਾ ਟੋਡਰ ਮੱਲ ਨੇ ਬਾਬੇ ਮੋਤੀ ਰਾਮ ਮਹਿਰਾ ਜੀ ਨੂੰ ਵੀ ਨਾਲ ਲਿਆ, ਕੁਝ ਹੋਰ ਸੱਜਣ ਨਾਲ ਲਏ। ਉਹਨਾਂ ਨੇ ਵਿਚਾਰ ਕੀਤੀ ਵੀ ਆਪਾਂ ਨੂੰ ਹਕੂਮਤ ਤੱਕ ਪਹੁੰਚ ਕਰਨੀ ਚਾਹੀਦੀ ਹੈ, ਇਹਨਾਂ ਦੇ ਸਰੀਰ ਰੁਲਦੇ ਪਏ ਨੇ, ਆਪਾਂ ਪੁੰਨ ਕਮਾ ਲਈਏ, ਇਹਨਾਂ ਦਾ ਸੰਸਕਾਰ ਕਰੀਏ। ਸੰਸਕਾਰ ਜਦੋਂ ਵਜ਼ੀਰ ਖਾਂ ਦੇ ਕੋਲ ਪਹੁੰਚ ਕੀਤੀ, ਉੱਥੇ ਕਹਿੰਦੇ ਨੇ ਜੀ ਸਾਨੂੰ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰ ਲੈਣ ਦਿਓ। ਪਹਿਲਾਂ ਤਾਂ ਹਕੂਮਤ ਨੇ ਜਵਾਬ ਦੇ ਦਿੱਤਾ, ਨਹੀਂ ਇਹ ਬਾਗੀ ਨੇ, ਬਾਗੀ ਸੁਰ ਵਾਲੇ ਨੇ, ਇਹਨਾਂ ਦੇ ਸਰੀਰ ਰੁਲਣ ਦਿਓ। ਜਦੋਂ ਗੁਰਮੁਖੋ ਪੰਚਾਇਤ ਰੂਪ ਦੇ ਵਿੱਚ ਗਏ ਨਾ, ਫਿਰ ਕਹਿਣ ਲੱਗਾ ਜੇ ਜ਼ਮੀਨ ਲੈਣੀ, ਜਗ੍ਹਾ ਲੈਣੀ, ਤੁਹਾਨੂੰ ਨੇ ਟਕੇ ਵਿਛਾਉਣੇ ਪੈਣਗੇ, ਮੋਹਰਾਂ ਵਿਛਾਉਣੀਆਂ ਪੈਣਗੀਆਂ, ਤੁਹਾਨੂੰ ਮੋਹਰਾਂ ਦੇਣੀਆਂ ਪੈਣਗੀਆਂ, ਫਿਰ ਉਹਨਾਂ ਵਾਸਤੇ ਜਗ੍ਹਾ ਮਿਲੂਗੀ। ਦੇਖੋ ਗੁਰਮੁਖੋ, ਜਿਸ ਗੁਰੂ ਨੇ ਆਪਣਾ ਪਰਿਵਾਰ ਹੀ ਤਿਆਗ ਦਿੱਤਾ, ਆਪਣਾ ਆਨੰਦਪੁਰ ਛੱਡ ਦਿੱਤਾ, ਸਾਰੇ ਸੁੱਖ ਸਾਨੂੰ ਦੇ ਦਿੱਤੇ, ਹਿੰਦੁਸਤਾਨ ਦੀ ਖਾਤਰ ਆਪਣੇ ਪਿਓ ਨੂੰ ਵੀ ਕੁਰਬਾਨ ਕਰ ਦਿੱਤਾ, ਅੱਜ ਉਹਦੇ ਪੁੱਤਰਾਂ ਦੇ ਸਰੀਰ ਵਾਸਤੇ ਸੰਸਕਾਰਾਂ ਲਈ ਜਗ੍ਹਾ ਵੀ ਨਹੀਂ ਮਿਲ ਰਹੀ। ਗੁਰਮੁਖੋ ਦੇਖੋ, ਅੱਜ ਉਹਦੇ ਪੁੱਤਰਾਂ ਦੇ ਸੰਸਕਾਰ ਕਰਨੇ ਨੇ, ਮਾਂ ਦਾ ਸੰਸਕਾਰ ਕਰਨਾ, ਜੇ ਜਗ੍ਹਾ ਲੈਣੀ ਤੇ ਉਹ ਵੀ ਮੁੱਲ। ਜਿਸ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਕਦੇ 1675 ਨੂੰ 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਕਰਦੇ ਨੇ, ਮੈਂ ਬਰਬਾਦ ਨਹੀਂ ਹੋਣ ਦੇਣਾ, ਅੱਜ ਉਹਦੇ ਪੋਤਰਿਆਂ ਦੇ ਜੇ ਸਰੀਰਾਂ ਦੀ ਸੰਸਕਾਰ ਦੀ ਗੱਲ ਆਉਂਦੀ ਹੈ ਤੇ ਇਹ ਜ਼ਾਲਮ ਕਹਿੰਦੇ ਨੇ ਪਹਿਲਾਂ ਟਕੇ ਵਿਛਾਉਣੇ ਪੈਣਗੇ, ਮੋਹਰਾਂ ਵਿਛਾਉਣੀਆਂ ਪੈਣਗੀਆਂ, ਜਗ੍ਹਾ ਉਨੀ ਦੇਵਾਂਗੇ ਜਿੰਨੀਆਂ ਮੋਹਰਾਂ ਹੋਣਗੀਆਂ। ਫਿਰ ਕਹਿੰਦੇ ਨੇ ਉਸ ਟੋਡਰ ਮੱਲ ਸੇਠ ਨੇ ਨਾ ਆਪਣੀ ਜਿਹੜੀ ਹਵੇਲੀ, ਜਹਾਜ਼ ਹਵੇਲੀ ਅੱਜ ਵੀ ਮੌਜੂਦ ਆ, ਅੱਜ ਵੀ ਉਹ ਮੌਜੂਦ ਆ, ਪਰ ਹਵੇਲੀ ਦੀ ਖਸਤਾ ਹਾਲ ਜੇ, ਕੋਈ ਉਹਦੀ ਸਾਰ ਨਹੀਂ ਲੈ ਰਿਹਾ। ਗੁਰਮੁਖੋ ਹਵੇਲੀ ਦੀਆਂ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀਆਂ ਜਾਂਦੀਆਂ ਨੇ, ਕਈਆਂ ਨੇ ਪੈਸੇ ਵੀ ਇਕੱਠੇ ਕੀਤੇ, ਬਾਹਰ ਵਿਦੇਸ਼ਾਂ ਵਿੱਚ ਲੈ ਕੇ ਗਏ ਜੀ ਅਸੀਂ ਹਵੇਲੀ ਦੀ ਜਿਹੜੀ ਮੁਰੰਮਤ ਕਰਨੀ, ਸਾਂਭਣਾ ਹੈ, ਸਾਨੂੰ ਪੈਸਾ ਦਿਓ। ਕਈ ਪੈਸੇ ਹੜੱਪ ਗਏ, ਖਾ ਗਏ ਹਵੇਲੀ ਦੇ ਨਾਂ ਤੇ, ਪਰ ਹਵੇਲੀ ਦੀ ਸਾਰ ਨਹੀਂ ਲਈ। ਟੋਡਰ ਮੱਲ ਦੀ ਹਵੇਲੀ ਅੱਜ ਵੀਰਾਨ ਬਣੀ ਪਈ ਹੈ। ਕਹਿੰਦੇ ਨੇ ਹਵੇਲੀ ਜਿਹੜੀ ਨਾ ਗਿਰਵੀ ਰੱਖ ਦਿੱਤੀ, ਗਹਿਣੇ, ਆਪਣੀ ਹਵੇਲੀ ਨੂੰ ਗਹਿਣੇ ਰੱਖ ਦਿੱਤਾ, ਘਰ ਆਪਣਾ ਗਹਿਣੇ ਰੱਖ ਦਿੱਤਾ। ਕਾਹਦੇ ਲਈ? ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਹੈ। ਕਹਿੰਦੇ ਉਸ ਵੇਲੇ ਨਾ 78 ਕਿਲੋ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ, 78 ਕਿਲੋ ਸੋਨੇ ਦੀਆਂ ਮੋਹਰਾਂ। ਤੇ ਗੁਰਮੁਖੋ ਉਸ ਵੇਲੇ ਤਕਰੀਬਨ 78,000 ਕਹਿੰਦੇ ਨੇ ਮੋਹਰਾਂ ਜਿਹੜੀਆਂ ਨੇ ਸਿੱਧੀਆਂ ਧਰਤੀ ਤੇ ਵਿਛਾਈਆਂ ਗਈਆਂ। 78,000 ਸੋਨੇ ਦੀਆਂ ਮੋਹਰਾਂ ਉਹਨਾਂ ਨੂੰ ਵਿਛਾਇਆ ਗਿਆ। ਉਨੀ ਜਗ੍ਹਾ ਜਿਹੜੀ ਮੁਕਰਰ ਕਰ ਲਈ ਗਈ, ਮੋਹਰਾਂ ਖੜੀਆਂ ਕਰਕੇ ਸੋਨੇ ਦੀਆਂ ਮੋਹਰਾਂ, ਉਸ ਜਗ੍ਹਾ ਨੂੰ ਜਦੋਂ ਲੈ ਲਿਆ, ਉਸ ਤੋਂ ਉਪਰੰਤ ਸਰੀਰ ਜਿਹੜੇ ਨੇ ਉਹ ਬੜੇ ਹੀ ਸਤਿਕਾਰ ਦੇ ਨਾਲ, ਪਤਾ ਲੱਗਾ ਵੀ ਜੰਗਲ ਵਿੱਚ ਸੁੱਟੇ ਗਏ ਨੇ ਇਹਨਾਂ ਵੱਲੋਂ। ਬਾਬਾ ਮੋਤੀ ਰਾਮ ਮਹਿਰਾ ਤੇ ਟੋਡਰ ਮੱਲ ਸੇਠ, ਇਹ ਗੁਰਮੁਖ ਉਸ ਵੇਲੇ ਬਬਾਨ ਲੈ ਕੇ ਗਏ ਨੇ। ਬਬਾਨ ਦੇ ਵਿੱਚ ਸਤਿਕਾਰ ਦੇ ਨਾਲ ਉਹਨਾਂ ਤਿੰਨਾਂ ਦੇ ਸਰੀਰ, ਪਵਿੱਤਰ ਸਰੀਰ ਜਿਹੜੇ ਸਜਾਏ ਗਏ, ਸਰੀਰ ਲਿਆਂਦੇ ਗਏ। ਇੱਥੇ ਇਸ਼ਨਾਨ ਵੀ ਕਰਾਇਆ ਗਿਆ ਸਰੀਰਾਂ ਦਾ ਟੋਡਰ ਮੱਲ ਵੱਲੋਂ, ਕੁਝ ਹੋਰ ਸੰਗਤਾਂ ਵੱਲੋਂ, ਬਾਬੇ ਮੋਤੀ ਰਾਮ ਮਹਿਰਾ ਜੀ ਵੱਲੋਂ, ਜੋ ਹੋਰ ਸੱਜਣ ਸਨ ਉਹਨਾਂ ਨੇ ਸਹਿਯੋਗ ਦਿੱਤਾ। ਪਰ ਅੱਜ ਗੁਰਮੁਖੋ ਨਾ ਤਾਂ ਪਿਤਾ ਹੈ ਲਾਂਬੂ ਲਾਉਣ ਲਈ, ਮੋਢਾ ਦੇਣ ਲਈ, ਨਾ ਭਰਾ ਨੇ, ਨਾ ਮਾਂ ਤੇ ਨਾ ਦਾਦੀ। ਜੇ ਕੋਈ ਮੋਢਾ ਦੇ ਰਿਹਾ ਸਰੀਰਾਂ ਨੂੰ, ਟੋਡਰ ਮੱਲ। ਅੱਜ ਪਿਤਾ ਵੀ ਕੋਲ ਨਹੀਂ, ਮਾਵਾਂ ਵੀ ਕੋਲ ਨਹੀਂ, ਦਾਦੀ ਵੀ ਕੋਲ ਨਹੀਂ ਤੇ ਭਰਾ ਵੀ ਕੋਲ ਨਹੀਂ। ਗੁਰਮੁਖੋ
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦੀ ਏਡੀ ਵੱਡੀ ਕੁਰਬਾਨੀ ਆ, ਜਿਹਦੇ ਪੁੱਤਰਾਂ ਨੂੰ ਜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ, ਮੋਢਾ ਤੱਕ ਵੀ ਕਿਸੇ ਨੇ ਨਹੀਂ ਦਿੱਤਾ ਤੇ ਖੱਫਣ ਤੱਕ ਵੀ ਕਿਸੇ ਨੇ ਨਹੀਂ ਪਾਇਆ। ਏਡੀ ਵੱਡੀ ਕੁਰਬਾਨੀ। ਉਸ ਵੇਲੇ ਸਰੀਰ ਜਦੋਂ ਗੁਰਮੁਖੋ ਸੰਸਕਾਰ ਕਰਨਾ ਤੇ ਵਿਚਾਰ ਕੀਤੀ ਗਈ, ਆਮ ਲੱਕੜ ਨਾ ਰੱਖੀ ਜਾਏ। ਜੇ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਨਾ, ਚੰਦਨ ਦੀ ਲੱਕੜ ਲਿਆਂਦੀ ਜਾਏ। ਬਾਬਾ ਮੋਤੀ ਰਾਮ ਮਹਿਰਾ ਗੱਡਾ ਲੈ ਤੁਰਦੇ ਨੇ, ਗੱਡੇ ਤੇ ਗੁਰਮੁਖੋ ਚੰਦਨ ਦੀ ਲੱਕੜ ਲੈ ਕੇ ਆਉਂਦੇ ਆ। ਚੰਦਨ ਦੀ ਲੱਕੜ, ਚੰਦਨ ਦੀ ਲੱਕੜ ਲਿਆਂਦੀ ਜਾਂਦੀ ਹੈ। ਵੱਡਾ ਸਾਰਾ ਅੰਗੀਠਾ ਉਸ ਜਗ੍ਹਾ ਤੇ ਚਿਣਿਆ ਜਾਂਦਾ ਹੈ ਜਿੱਥੇ ਮੋਹਰਾਂ ਵਿਛਾਈਆਂ ਗਈਆਂ ਸਨ। ਉੱਥੇ ਗੁਰਮੁਖੋ ਚੰਦਨ ਦੀ ਲੱਕੜ ਦਾ ਅੰਗੀਠਾ ਬਣਾਇਆ। ਵਿਚਕਾਰ ਗੁਰਮੁਖੋ ਦਾਦੀ ਮਾਂ ਦੀ ਲਾਸ਼ ਹੈ। ਆਸੇ ਪਾਸੇ ਬਾਬਾ ਫਤਿਹ ਸਿੰਘ ਤੇ ਜੋਰਾਵਰ ਦੇ ਸਰੀਰ ਪਏ ਨੇ। ਉਹਨਾਂ ਦੇ ਸਰੀਰ ਲੱਕੜਾਂ ਚਿਣ ਦਿੱਤੀਆਂ ਗਈਆਂ ਉੱਪਰ। ਅਰਦਾਸ ਬੇਨਤੀ ਵੀ ਕੀਤੀ ਗਈ। ਸਾਰੀ ਗੁਰਮੁਖੋ ਰਸਮ ਜਿਹੜੀ ਹੈ ਨਾ, ਉਹ ਗੁਰਮਤਿ ਦੁਆਰਾ ਹੀ ਨਿਭਾਈ ਹੈ ਬਾਬੇ ਮੋਤੀ ਰਾਮ ਮਹਿਰੇ ਨੇ ਤੇ ਗੁਰਮੁਖੋ ਸੇਠ ਟੋਡਰ ਮਲ ਨੇ। ਗੁਰਮਤਿ ਦੁਆਰਾ ਹੀ ਅਰਦਾਸ ਵੀ ਕੀਤੀ। ਉਸ ਤੋਂ ਬਾਅਦ ਜੇ ਲਾਂਬੂ ਲਾਇਆ ਤੇ ਟੋਡਰ ਮਲ ਨੇ ਤੇ ਮੋਤੀ ਰਾਮ ਮਹਿਰਾ ਜੀ ਨੇ ਗੁਰਮੁਖੋ ਅਗਨੀ ਵਿਖਾਈ। ਇਹਨਾਂ ਦੇ ਪਵਿੱਤਰ ਸਰੀਰਾਂ ਦੇ ਸੰਸਕਾਰ ਲਈ ਅਗਨੀ ਦਿਖਾਈ। ਸੰਸਕਾਰ ਹੋਏ ਨੇ, ਭਾਂਬੜ ਅੱਗ ਦੇ ਉੱਠੇ ਨੇ ਤੇ ਗੁਰਮੁਖੋ ਇਹਨਾਂ ਦੇ ਪਾਵਨ ਸਰੀਰਾਂ ਦਾ ਸੰਸਕਾਰ ਹੋ ਰਿਹਾ ਹੈ। ਇੱਧਰ ਕੁਝ ਸਰੀਰ ਜਿਹੜੇ ਨੇ ਧਾਹਾਂ ਮਾਰ ਕੇ ਨੇੜੇ ਖੜੇ ਰੋ ਰਹੇ ਨੇ। ਮਾਂ ਲੱਧੋ ਵੀ ਰੋਈ, ਬੀਬੀ ਭੋਈ ਵੀ ਰੋਈ, ਹੋਰ ਕਈ ਗੁਰਮੁਖੋ ਗੁਰ ਪਿਆਰੇ ਗੁਰਸਿੱਖ ਜਿਹੜੇ ਨੇ ਉਹ ਧਾਹਾਂ ਮਾਰ ਮਾਰ ਕੇ ਰੋਏ ਜਦੋਂ ਇਹਨਾਂ ਦਾ ਇੱਥੇ ਸੰਸਕਾਰ ਹੋਇਆ। ਉਸ ਤੋਂ ਬਾਅਦ ਕਹਿੰਦੇ ਨੇ ਮਾੜੀ ਨੀਅਤ ਦੇਖ ਲਈ ਸੁੱਚੇ ਆਨੰਦ ਦੀ, ਕਿਉਂਕਿ ਸੁੱਚਾ ਆਨੰਦ ਭੜਕਾਊ ਬੰਦਾ ਸੀ। ਉਹਨੂੰ ਪਤਾ ਸੀ ਉਹਨੇ ਚੁਗਲੀ ਕਰਨੀ ਆ ਵੀ ਸੇਠ ਟੋਡਰ ਮਲ ਨੇ ਸੰਸਕਾਰ ਕੀਤਾ ਹੈ, ਇਹ ਕੁਝ ਵੀ ਕਰਾ ਸਕਦਾ ਹੈ। ਕਹਿੰਦੇ ਜਦੋਂ ਦਿਨ ਵੇਲੇ ਸੰਸਕਾਰ ਕੀਤਾ ਨਾ, ਰਾਤ ਨੂੰ ਰਾਖ ਨੂੰ ਠੰਡਿਆਂ ਕਰਕੇ ਨਾ, ਤੇ ਬਾਬੇ ਟੋਡਰ ਮਲ ਨੇ 3 ਘੜਿਆਂ ਦੇ ਵਿੱਚ ਕਹਿੰਦੇ ਨੇ ਅਸਤੀਆਂ ਜਿਹੜੀਆਂ ਇਕੱਠੀਆਂ ਕਰਕੇ ਪਾ ਲਈਆਂ। ਅਸਤ ਜਿਹੜੇ ਸਨ ਉਹ ਇਕੱਠੇ ਕਰਕੇ ਪਾ ਲਏ, ਸਮੇਤ ਸਵਾਹ ਦੇ ਸਮੇਤ ਅਸਤਾਂ ਦੇ, ਸਭ ਕਾ ਰਾਖ ਇਕੱਠੀ ਕਰਕੇ ਘੜੇ 3 ਭਰ ਲਏ। ਤੇ ਫਿਰ ਇਹ ਘੜੇ ਨਾ ਬਾਬੇ ਮੋਤੀ ਰਾਮ ਮਹਿਰਾ ਜੀ ਨੂੰ ਕਹਿੰਦੇ ਨੇ ਮੈਂ ਆਪਣੇ ਪਿੰਡ ਲੈ ਚੱਲੂੰਗਾ, ਆਪਣੇ ਪਿੰਡ ਆਪਣੇ ਘਰ ਵਿੱਚ ਰੱਖੂੰਗਾ ਇਹਨਾਂ ਦੇ ਪਵਿੱਤਰ ਸਰੀਰਾਂ ਨੂੰ। ਇਹਨਾਂ ਦੀਆਂ ਪਵਿੱਤਰ ਜਿਹੜੀਆਂ ਆਤਮਾ ਨੇ, ਉਹਨਾਂ ਦੀਆਂ ਜਿਹੜੀਆਂ ਸਰੀਰ ਨੇ, ਉਹਨਾਂ ਦੀਆਂ ਫੁੱਲਾਂ ਨੂੰ, ਉਹਨਾਂ ਦੀਆਂ ਅਸਤੀਆਂ ਨੂੰ। ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਤਾਂ ਨਾ ਗਏ, ਉਹ ਆਪਣੇ ਘਰ ਆਪਣੇ ਪਿੰਡ ਹੀ ਰਹੇ। ਕਹਿਣ ਲੱਗੇ ਮੈਂ ਇੱਥੇ ਜੰਮਿਆ, ਇੱਥੇ ਹੀ ਮਰੂੰਗਾ। ਪਰ ਬਾਬਾ ਟੋਡਰ ਮਲ ਉਹ ਸਰਹੰਦ ਨੂੰ ਛੱਡ ਗਏ, ਕਿਉਂਕਿ ਸਰਹੰਦ ਵਿੱਚ ਕਹਿਰ ਵਾਪਰਿਆ ਨਾ, ਚੰਗਾ ਨਾ ਲੱਗਾ। ਉਹ ਕਹਿੰਦੇ ਮੈਂ ਸਰਹੰਦ ਨੂੰ ਛੱਡ ਦੇਵਾਂਗਾ, ਮੈਂ ਆਪਣੇ ਪਿੰਡ ਕਾਕੜੇ ਚਲੇ ਜਾਵਾਂਗਾ ਜਿੱਥੇ ਮੇਰੇ ਪੁਰਖੇ ਪਹਿਲਾਂ ਰਹਿੰਦੇ ਰਹੇ ਆ। ਉਹ ਫਿਰ ਅਸਤਾਂ ਨੂੰ ਲੈ ਕੇ ਇੱਥੇ ਆ ਗਏ ਸਨ। ਕਹਿੰਦੇ ਜਦੋਂ ਜਿੱਥੇ ਜੋਤੀ ਸਰੂਪ ਗੁਰਦੁਆਰਾ ਨਾ, ਜਿੱਥੇ ਸੰਸਕਾਰ ਹੋਇਆ, ਜਦੋਂ ਖੁਦਾਈ ਹੋਈ ਸੀ ਪਹਿਲਾਂ ਇੱਥੇ ਅਸਤ ਰੱਖੇ ਸਨ। ਤੇ ਜਦੋਂ ਗੁਰਮੁਖੋ ਖੁਦਾਈ ਹੋਈ ਤੇ ਉਹ ਘੜੇ ਉੱਥੋਂ ਨਿਕਲੇ ਸਨ। ਅੱਜ ਵੀ ਉੱਥੇ ਉਹ ਅਸਤੀਆਂ ਜਿਹੜੀਆਂ ਨੇ ਗੁਰਮੁਖੋ ਮੌਜੂਦ ਨੇ। ਥੱਲੇ ਥੜਾ ਸਾਹਿਬ ਦੇ ਥੱਲੇ ਰੱਖੀਆਂ ਨੇ, ਉੱਪਰ ਥੜਾ ਸਾਹਿਬ ਉਸਾਰ ਦਿੱਤਾ ਗਿਆ ਸੀ ਜਦੋਂ ਕਾਰ ਸਾਹਿਬ ਆਈ ਗੁਰੂ ਘਰ ਦੀ। ਇਹ ਤਾਂ ਚਲੇ ਗਏ। ਉਸ ਤੋਂ ਬਾਅਦ ਮੋਤੀ ਰਾਮ ਮਹਿਰੇ ਦਾ ਕੀ ਬਣਿਆ, ਜਿਹਨੇ ਸੇਵਾ ਕੀਤੀ। ਕਹਿੰਦੇ ਬਾਬੇ ਮੋਤੀ ਰਾਮ ਮਹਿਰੇ ਨੇ ਤੇ ਦੁੱਧ ਦੀ ਸੇਵਾ ਕੀਤੀ, ਦੁੱਧ ਪਿਉਣ ਦੀ। ਉੱਥੇ ਗੰਗੂ ਦਾ ਜਿਹੜਾ ਭਰਾ ਸੀ ਨਾ, ਪੰਮਾ, ਉਹ ਗੁਰਮੁਖੋ ਇਹਦੇ ਨਾਲ ਰਸੋਈ ਖਾਨੇ ਦੇ ਵਿੱਚ ਲੱਗਾ ਸੀ, ਮੋਤੀ ਰਾਮ ਮਹਿਰੇ ਦੇ ਨਾਲ ਰਸੋਈ ਖਾਨੇ ਦੇ ਵਿੱਚ। ਉਹਨੇ ਨਾ ਵਜ਼ੀਰ ਖਾਨ ਦੇ ਕੋਲ ਜਾ ਕੇ ਚੁਗਲੀ ਕਰ ਦਿੱਤੀ। ਕਹਿੰਦਾ ਜੀ ਜਿਹੜਾ ਮੋਤੀ ਰਾਮ ਹੈ ਨਾ, ਉਹਨੇ ਗੁਰੂ ਦੇ ਬੱਚਿਆਂ ਨੂੰ 3 ਦਿਨ ਦੁੱਧ ਪਿਉਣ ਦੀ ਸੇਵਾ ਕੀਤੀ ਜੀ, 3 ਦਿਨ। ਉਸ ਤੋਂ ਬਾਅਦ ਗੁੱਸਾ ਕੀਤਾ ਵਜ਼ੀਰ ਖਾਨ ਨੇ, ਤੇ ਗੁੱਸੇ ਦੇ ਨਾਲ ਕਹਿੰਦਾ ਹੈ ਇਹਦਾ ਸਾਰਾ ਪਰਿਵਾਰ ਨੂੜ ਕੇ ਮੇਰੇ ਕੋਲ ਲੈ ਕੇ ਆਓ।
ਇਹਦੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਮੇਰੇ ਕੋਲ ਲੈ ਕੇ ਆਓ। ਕਹਿੰਦੇ ਉੱਥੇ ਮਾਂ ਲੱਧੋ, ਬੀਬੀ ਭੋਈ ਤੇ ਇਹਨਾਂ ਦਾ 7 ਸਾਲ ਦਾ ਮੁੰਡਾ ਸੀ ਨਰੈਣਾ, ਉਹਨੂੰ ਵੀ ਨਾਲ ਤੜਕੇ ਤੜਕੇ ਜਾ ਕੇ ਨਾ ਉਹਨਾਂ ਨੂੰ ਗੁਰਮੁਖੋ ਗ੍ਰਿਫਤਾਰ ਕਰਕੇ ਤੇ ਇੱਥੇ ਲੈ ਆਏ। ਜਦੋਂ ਆਏ ਇੱਥੇ ਵਜ਼ੀਰ ਖਾਂ ਪੁੱਛਦਾ ਹੈ ਬਾਬੇ ਮੋਤੀ ਰਾਮ ਨੂੰ ਵੀ ਤੂੰ ਸੱਚ ਦੱਸ, ਤੂੰ ਗੁਰੂ ਦਾ ਸਿੱਖ ਹਾਂ? ਕਹਿਣ ਲੱਗੇ ਹਾਂ ਮੈਂ ਗੁਰੂ ਦਾ ਸਿੱਖ ਹਾਂ। ਤੂੰ ਗੁਰੂ ਦੇ ਪੁੱਤਰਾਂ ਦੀ ਦੁੱਧ ਪਿਆਉਣ ਦੀ ਸੇਵਾ ਕੀਤੀ ਉਹਨਾਂ ਨੂੰ? ਕਹਿਣ ਲੱਗਾ ਮੈਂ ਕੀਤੀ ਹੈ, ਮੈਂ ਵਡਭਾਗਾ ਸਮਝਦਾ ਵਾਂ, ਮੈਂ ਦੁੱਧ ਪਿਆਉਣ ਦੀ ਸੇਵਾ ਕੀਤੀ ਹੈ, ਮੈਂ ਝੂਠ ਨਹੀਂ ਮਾਰਦਾ। ਇੱਥੇ ਹੀ ਬਸ ਨਹੀਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੇ ਰਹੇ ਹਾਂ। ਮੇਰਾ ਪਿਤਾ ਉਦਣ ਸ਼ਹੀਦ ਹੋਇਆ ਹੈ, ਬਾਬਾ ਹਰਾ ਰਾਮ, ਜਿੱਦਣ ਗੁਰੂ ਗੋਬਿੰਦ ਸਿੰਘ ਨੇ ਕਿਲ੍ਹਾ ਛੱਡਿਆ ਸੀ। ਯਾਦ ਰੱਖਣਾ, ਮੋਤੀ ਰਾਮ ਮਹਿਰੇ ਦਾ ਪਿਤਾ ਬਾਬਾ ਹਰਾ ਰਾਮ ਨਾ ਜਦੋਂ ਰਸਤ ਲੈ ਕੇ ਗਿਆ ਸੀ, ਅਨੰਦਪੁਰ ਨੂੰ ਘੇਰਾ ਪਿਆ ਹੋਇਆ ਸੀ ਤੇ ਰਸਤਾ ਮੁੱਕ ਗਈਆਂ ਸੀ, ਆਪਣੇ ਪਿੰਡੋਂ ਰਸਤਾਂ ਇਕੱਠੀਆਂ ਕਰਕੇ ਲੈ ਕੇ ਗਿਆ ਸੀ ਗੱਡੇ ਤੇ। ਉੱਥੇ ਜਾ ਕੇ ਰਸਤਾਂ ਦਿੱਤੀਆਂ, ਉੱਥੇ ਉਹਨੇ ਅੰਮ੍ਰਿਤ ਛਕ ਲਿਆ ਤੇ ਨਾਂ ਰੱਖ ਲਿਆ ਹਰਾ ਸਿੰਘ। ਪਹਿਲਾਂ ਹਰਾ ਰਾਮ ਸੀ, ਬਾਬੇ ਮੋਤੀ ਰਾਮ ਮਹਿਰਾ ਜੀ ਦੇ ਪਿਤਾ ਨੇ ਅੰਮ੍ਰਿਤ ਛਕਿਆ, ਹਰਾ ਸਿੰਘ ਬਣ ਗਿਆ। ਜਦੋਂ ਕਿਲ੍ਹਾ ਛੱਡਦੇ ਨਾ ਮਹਾਰਾਜ, ਸਭ ਤੋਂ ਪਹਿਲਾਂ ਜਿਹੜੇ ਗੱਡੇ ਕੱਢੇ ਸੀ ਗੁਰਮੁਖੋ, ਕੂੜਾ ਕਿਰਕਟ ਭਰ ਕੇ, ਹੱਡ ਭਰ ਕੇ ਵੀ ਉਹਨਾਂ ਨੂੰ ਭੁਲੇਖਾ ਪਾਉਣ ਵਾਸਤੇ, ਪਰਖਣ ਵਾਸਤੇ, ਕਹਿੰਦੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ, ਤੁਸੀਂ ਚਲੇ ਜਾਓ। ਜਿਹੜੇ ਗੱਡੇ ਪਹਿਲਾਂ ਕੱਢੇ, ਉਹਨਾਂ ਗੱਡਿਆਂ ਦਾ ਜਥੇਦਾਰ ਥਾਪਿਆ ਸੀ ਗੱਡਿਆਂ ਨੂੰ ਕੱਢਣ ਵਾਸਤੇ ਬਾਬਾ ਹਰਾ ਸਿੰਘ ਨੂੰ। ਉਹ ਪਹਿਲਾਂ ਇੱਕ ਗੱਡੇ ਤੇ ਸਵਾਰ ਸੀ। ਜਦੋਂ ਗੱਡੇ ਬਾਹਰ ਆਏ, ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚਦੇ ਨੇ, ਉੱਥੇ ਮੁਗਲ ਹਮਲਾ ਕਰਦੇ ਨੇ ਤੇ ਬਾਬਾ ਹਰਾ ਸਿੰਘ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕਰਦਾ ਹੈ। ਉੱਥੇ ਸ਼ਹੀਦੀ ਦਾ ਜਾਮ ਪੀਤਾ ਬਾਬਾ ਹਰਾ ਸਿੰਘ ਨੇ। ਪਿਤਾ ਨੇ ਵੀ ਕੁਰਬਾਨੀ ਕੀਤੀ ਹੈ, ਅੱਜ ਪੁੱਤ ਵੀ ਕਰਨ ਲੱਗਾ। ਉੱਥੇ ਕਿਹਾ ਸੀ ਜਿਹੜਾ ਤੁਸੀਂ ਦੁੱਧ ਦੀ ਸੇਵਾ ਕੀਤੀ ਇਹਦੀ ਸਜ਼ਾ ਬਹੁਤ ਵੱਡੀ ਹੈ, ਸਜ਼ਾ ਮਿਲੇਗੀ, ਤੁਸੀਂ ਤੁਹਾਨੂੰ ਡਰ ਨਹੀਂ ਲੱਗਾ? ਕਹਿੰਦੇ ਮੈਂ ਨਹੀਂ ਡਰਦਾ, ਜੋ ਕਰਨਾ ਕਰ ਲਾ, ਮਰਨ ਲਈ ਤਿਆਰ ਹਾਂ। ਕਹਿਣ ਲੱਗੇ ਤੇਰਾ ਬਾਲ ਬੱਚਾ ਪੀੜ ਦਿੱਤਾ ਜਾਏਗਾ ਕੋਹਲੂ ਵਿੱਚ, ਕੋਹਲੂ ਦੇ ਵਿੱਚ। ਕਹਿਣ ਲੱਗੇ ਮੈਂ ਮਰਨ ਲਈ ਤਿਆਰ ਹਾਂ, ਕਿਉਂਕਿ ਮੈਂ ਬੱਚਿਆਂ ਨੂੰ ਤੱਕਿਆ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ 3 ਦਿਨ ਉਹ ਡੋਲੇ ਨਹੀਂ, ਘਬਰਾਏ ਨਹੀਂ। ਉਹਨਾਂ ਦੀਆਂ ਤਾਂ ਅਜੇ ਨਿੱਕੇ ਸਨ, ਅਜੇ ਨਿਆਣੇ ਸਨ, ਪਰ ਮੈਂ ਤਾਂ ਵੱਡੀ ਉਮਰ ਦਾ, ਉਹ ਨਿੱਕੇ ਜਿਹੇ ਨਹੀਂ ਘਬਰਾਏ, ਮੈਂ ਕਿਉਂ ਘਬਰਾਵਾਂ? ਕਹਿਣ ਲੱਗੇ ਮੈਂ ਉਹਨਾਂ ਦੀ ਸੰਗਤ ਕੀਤੀ ਆ ਤੇ ਮੇਰੇ ਅੰਦਰ ਇੰਨਾ ਕੁ ਪਰਪੱਕਤਾ ਆ ਗਈ ਆ, ਮੈਨੂੰ ਹੁਣ ਡਰ ਲੱਗਦਾ ਹੀ ਨਹੀਂ, ਮੈਨੂੰ ਡਰ ਨਹੀਂ ਲੱਗਦਾ। ਫਿਰ ਕਹਿੰਦੇ ਜਿੱਥੇ ਕੋਹਲੂ ਲੱਗਾ ਸੀ ਨਾ, ਉੱਥੇ ਲੈ ਗਏ ਸਾਰੇ ਪਰਿਵਾਰ ਨੂੰ। ਤੇ ਸਭ ਤੋਂ ਪਹਿਲਾਂ ਕਹਿੰਦੇ ਮਾਂ ਦੀ ਝੋਲੀ ਦੇ ਵਿੱਚੋਂ ਉਹਦਾ ਪੁੱਤਰ 7 ਸਾਲ ਦਾ ਨਰੈਣਾ ਖੋਇਆ ਗਿਆ। ਮਾਂ ਭੋਈ ਦੀ ਝੋਲੀ ਵਿੱਚੋਂ ਖੋਹ ਕੇ ਨਾ ਸਭ ਤੋਂ ਪਹਿਲਾਂ ਕੀ ਕੀਤਾ, ਉਹਦੇ ਪੈਰ ਜਿਹੜੇ ਕੋਹਲੂ ਵਿੱਚ ਦਿੱਤੇ ਗਏ। ਪੁੱਤਰ ਨੇ ਚੀਕਾਂ ਮਾਰੀਆਂ, ਅਸਮਾਨ ਗੁਰਮੁਖੋ ਰੋ ਉਠਿਆ, ਅਥਰੂ ਵਹਾ ਉਠਿਆ, ਲੋਕ ਰੋ ਉਠੇ ਨੇ, ਤਰਾ ਤਰਾ ਕਰ ਉਠੇ ਨੇ, ਪੈਰ ਫੇ ਕੇ ਰੱਖ ਦਿੱਤੇ ਗੁਰਮੁਖੋ। ਪੈਰਾਂ ਵਾਲੇ ਪਾਸਿਓਂ ਕੋਹਲੂ ਦੇ ਵਿੱਚ ਪਾਇਆ ਤੇ ਗੁਰਮੁਖੋ ਚੀਥੜੇ ਕਰ ਦਿੱਤੇ ਉਸ ਕੋਹਲੂ ਨੇ ਬਾਬੇ ਨਰੈਣੇ ਦੇ। ਫੇ ਦਿੱਤਾ। ਪੁੱਤਰ ਦੀ ਸ਼ਹਾਦਤ ਵੇਖੀ ਮਾਂ ਲੱਧੋ ਨੇ। ਜਦੋਂ ਕਹਿੰਦੇ ਫੜ ਕੇ ਕੋਹਲੂ ਦੇ ਵਿੱਚ ਪਾਉਣ ਲੱਗੇ ਸੀ ਨਾ, ਉੱਥੇ ਮਾਂ ਲੱਧੋ ਨੇ ਕਿਹਾ ਸੀ ਵੇ ਜਲਾਦੋ, ਮਾਰਨਾ ਤੇ ਮੈਨੂੰ ਮਾਰੋ, ਜਵਾਕ ਨਾਲ ਕਿਉਂ ਜ਼ੁਲਮ ਕਰਦੇ ਹੋ, ਮੈਨੂੰ ਦਿਓ ਕੋਹਲੂ 'ਚ। ਮਾਂ ਨੇ ਵੀ ਕਿਹਾ ਸੀ ਮੈਨੂੰ ਪਹਿਲਾਂ ਮਾਰੋ, ਮੇਰੇ ਪੁੱਤਰ ਤੇ ਜ਼ੁਲਮ ਨਾ ਢਾਓ, ਪਰ ਜ਼ਾਲਮਾਂ ਨੇ ਗੁਰਮੁਖੋ ਕੋਹਲੂ ਵਿੱਚ ਪੀੜ ਕੇ 7 ਸਾਲ ਦੇ ਬੱਚੇ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਮਾਂ ਲੱਧੋ 70 ਸਾਲ ਦੀ ਉਮਰ, ਉਹਨੂੰ ਜਲਾਦ ਚੱਕਦੇ ਆ ਤੇ ਕਹਿੰਦੇ ਕੋਹਲੂ ਦੇ ਵਿੱਚ ਉਹਦੀਆਂ ਵੀ ਪਹਿਲਾਂ ਲੱਤਾਂ ਪਾਉਂਦੇ ਆ, ਫਿਰ ਗੁਰਮੁਖੋ ਕੋਹਲੂ ਗੇੜਦੇ ਆ ਤੇ ਮਾਂ ਲੱਧੋ ਵੀ ਕੋਹਲੂ ਵਿੱਚ ਕਤਲ ਹੋ ਜਾਂਦੀ ਹੈ। ਉਸ ਤੋਂ ਬਾਅਦ ਮੋਤੀ ਰਾਮ ਮਹਿਰਾ ਦੀ ਘਰ ਵਾਲੀ ਬੀਬੀ ਭੋਈ ਨੂੰ ਵੀ ਕੋਹਲੂ ਦੇ ਵਿੱਚ ਪੀੜਿਆ ਜਾਂਦਾ ਹੈ, ਕੋਹਲੂ ਦੇ ਵਿੱਚ ਪੀੜਿਆ ਜਾਂਦਾ ਹੈ, ਉਹਦੀ ਵੀ ਰੱਤ ਵੱਖਰੀ ਹੋ ਜਾਂਦੀ ਹੈ। ਗੁਰਮੁਖੋ ਤਾਨੂੰ ਤੁੰਬਾ ਤੁੰਬਾ ਕਰ ਦਿੱਤਾ ਜਾਂਦਾ, ਫੇਹ ਦਿੱਤਾ ਜਾਂਦਾ ਹੈ। ਕਹਿੰਦੇ ਜਦੋਂ ਬਾਬੇ ਮੋਤੀ ਰਾਮ ਮਹਿਰੇ ਨੂੰ ਪਾਇਆ ਨਾ ਲੱਤਾਂ ਵਾਲੇ ਪਾਸਿਓਂ, ਕਹਿੰਦੇ ਕੋਹਲੂ ਚੱਲਿਆ ਨਹੀਂ, ਜਾਮ ਹੋ ਗਿਆ, ਕੋਹਲੂ ਜਾਮ ਹੋ ਗਿਆ। ਉਹ ਕਹਿਣ ਲੱਗੇ ਇਹਨੂੰ ਤੇਲ ਦਿਓ, ਜਾਮ ਹੋ ਗਿਆ, ਪਰ ਫਿਰ ਵੀ ਨਹੀਂ ਤੁਰਿਆ। ਬਾਬੇ ਮੋਤੀ ਰਾਮ ਮਹਿਰੇ ਦੀਆਂ ਲੱਤਾਂ ਫੇਹ ਕੇ ਰੱਖ ਦਿੱਤੀਆਂ ਉਹਨੇ। ਤੇ ਕਹਿੰਦੇ ਉਸ ਤੋਂ ਬਾਅਦ ਫਿਰ ਵਿੱਚ ਪਾਉਂਦੇ ਆ, ਅੱਧਾ ਕੁ ਸਰੀਰ ਗਿਆ
ਫਿਰ ਗੁਰਮੁਖੋ ਚੱਕ ਕੇ ਬਾਹਰ ਸੁੱਟ ਦਿੱਤਾ ਬਾਬੇ ਦੇ ਸਰੀਰ ਨੂੰ, ਤੇ ਉਸ ਧਰਤੀ ਤੇ ਬਾਬੇ ਮੋਤੀ ਰਾਮ ਮਹਿਰੇ ਨੇ ਦਮ ਤੋੜਿਆ। ਬੜੀ ਵੱਡੀ ਸ਼ਹਾਦਤ, ਬੜਾ ਗੁਰਮੁਖੋ ਕਹਿਰੀ ਹਮਲਾ ਹੋਇਆ ਇਸ ਪਰਿਵਾਰ ਤੇ, ਕੋਹ ਕੇ ਮਾਰਿਆ। ਗੁਰਮੁਖੋ ਇਸ ਪਰਿਵਾਰ ਨੂੰ ਸੇਵਾ ਬਦਲੀ। ਉਧਰ ਕਹਿੰਦੇ ਇਧਰ ਪੁੱਤਰ ਸ਼ਹੀਦ ਹੋਏ, ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਉੱਚ ਦਾ ਪੀਰ ਬਣੇ ਸੀ ਨਾ, ਆਲਮਗੀਰ ਦੀ ਧਰਤੀ ਤੇ ਜਾਂਦੇ ਆ, ਭਾਈ ਨਗਾਈਆ ਘੋੜਾ ਦਿੰਦਾ, ਮਹਾਰਾਜ ਘੋੜੇ ਤੇ ਚੜ੍ਹਦੇ ਆ, ਘੋੜੇ ਤੇ ਸਵਾਰ ਹੋ ਕੇ ਨਾ ਆਪਣੇ 3 ਸਿੱਖਾਂ ਦੇ ਨਾਲ ਮਹਾਰਾਜ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਫਿਰ ਮਹਾਰਾਜ ਰਾਏ ਕੱਲੇ ਜਾਂਦੇ ਆ, ਰਾਏ ਕੱਲੇ ਦੇ ਕੋਲ ਰਾਏਕੋਟ। ਤੇ ਉੱਥੇ ਜਦੋਂ ਜਾਂਦੇ ਨੇ ਨਾ ਤੇ ਨੂਰਾ ਮਾਈ ਮਹਾਰਾਜ ਨੂੰ ਦੁੱਧ ਛਕਾਉਂਦਾ ਹੈ। ਅਵਸਰ ਝੋਟੀ ਦਾ ਦੁੱਧ ਗੁਰੂ ਦੇ ਹੁਕਮ ਨਾਲ ਕੱਢਦਾ ਹੈ, ਧਾਰਾਂ ਕੱਢਦਾ ਹੈ ਗੰਗਾ ਸਾਗਰ ਰਾਹੀਂ। ਗੰਗਾ ਸਾਗਰ ਦੇ ਵਿੱਚ ਦੁੱਧ ਪਾਉਂਦਾ, ਮਹਾਰਾਜ ਨੂੰ ਛਕਾਇਆ ਜਾਂਦਾ। ਰਾਏ ਕੱਲਾ ਆਣ ਮਿਲਦਾ ਹੈ। ਰਾਏ ਕੱਲਾ ਕਹਿੰਦਾ ਮਹਾਰਾਜ ਸੇਵਾ ਦੱਸੋ। ਸਤਿਗੁਰੂ ਕਹਿੰਦੇ ਇੱਕ ਸੇਵਾ ਕਰ, ਮੇਰੀ ਮਾਂ ਦਾ ਪਤਾ ਲੈ ਕੇ ਆ, ਬੰਦਾ ਭੇਜ ਕੋਈ ਸਰਹੰਦ ਦੇ ਵਿੱਚ, ਮੈਨੂੰ ਪਤਾ ਲੱਗਾ ਮੇਰੀ ਮਾਂ ਤੇ ਮੇਰੇ ਬੱਚੇ ਆ, ਮੈਨੂੰ ਇਹ ਦੱਸੋ, ਖਬਰ ਦਿਓ ਮੇਰੀ ਮਾਂ ਨਾਲ ਕੀ ਬੀਤੀ ਹੈ, ਮੇਰੇ ਬੱਚਿਆਂ ਨਾਲ ਕੀ ਬੀਤਿਆ। ਉਸ ਵੇਲੇ ਕਹਿੰਦੇ ਨੇ ਨੂਰੇ ਮਾਈ ਨੂੰ ਤੋਰਿਆ, ਕਹਿਣ ਲੱਗਾ ਰਾਏ ਕੱਲਾ ਨੂਰਿਆ ਤੂੰ ਜਾ, ਜਲਦੀ ਜਾ, ਜਾ ਕੇ ਖਬਰ ਲੈ ਕੇ ਆ ਸਰਹੰਦੋਂ ਗੁਰੂ ਸਾਹਿਬ ਦੀ ਮਾਂ ਦਾ ਤੇ ਬੱਚਿਆਂ ਦਾ ਕੀ ਹਾਲ ਹੈ। ਕਹਿੰਦੇ ਨੂਰਾ ਕਾਹਲੀ ਨਾਲ ਤੁਰਿਆ, ਸਤਿਗੁਰੂ ਦੀ ਕਿਰਪਾ ਨਾਲ ਪਹੁੰਚ ਗਿਆ। ਉੱਥੇ ਪਿੰਡ ਦੇ ਲੋਕਾਂ ਨੇ, ਕਈ ਕਹਿੰਦੇ ਨੇ ਉਹਦੀ ਭੈਣ ਨੂਰੀ ਉੱਥੇ ਵਿਆਹੀ ਸੀ, ਉਹਨੇ ਰੋ ਰੋ ਕੇ ਦਾਸਤਾਨ ਦੱਸੀ, ਭਰਾਵਾ ਕੀ ਦੱਸਾਂ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਕਤਲ ਕਰ ਦਿੱਤਾ ਜੀ, ਨੀਹਾਂ ਵਿੱਚ ਜਿੰਦੇ ਦੀਵਾਰ ਵਿੱਚ ਚਿਣ ਦਿੱਤਾ ਹੈ। ਉਹਨੇ ਰੋ ਰੋ ਕੇ ਖਬਰ ਗੁਰਮੁਖੋ ਸੁਣੀ ਹੈ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਆ ਤੇ ਭਾਈ ਦਇਆ ਸਿੰਘ ਨੂੰ ਕਹਿੰਦੇ, ਭਾਈ ਦਇਆ ਸਿੰਘਾ ਦਰਖਤ ਤੇ ਚੜ੍ਹ ਕੇ ਵੇਖ ਨੂਰਾ ਕਿੱਥੇ ਕਾਉਂਦਾ, ਮੈਨੂੰ ਮੇਰੇ ਫਤਿਹ ਸਿੰਘ ਦੀ ਖਬਰ ਜਲਦੀ ਸੁਣਾਵੇਂ, ਮੇਰੇ ਜੋਰਾਵਰ ਦੀ ਖਬਰ ਜਲਦੀ ਸੁਣਾਵੇਂ, ਉਹ ਕਿਵੇਂ ਨੇ, ਕੀ ਹਾਲ ਉਹਨਾਂ ਦਾ, ਉਹਨਾਂ ਨਾਲ ਕੀ ਬੀਤੀ ਹੈ। ਕਹਿੰਦਾ ਮਹਾਰਾਜ ਅਜੇ ਤਾਂ ਨਹੀਂ ਕੋਈ ਆਇਆ। ਕਹਿੰਦੇ ਫਿਰ ਚੜ੍ਹ ਦਰਖਤ ਤੇ। ਦਰਖਤ ਤੇ ਚੜ੍ਹਿਆ ਤੇ ਦੂਰੋਂ ਵੇਖਿਆ ਕੋਈ ਸਰੀਰ ਆਉਂਦਾ ਪਿਆ ਵਾ, ਕੋਈ ਆ ਰਿਹਾ ਹੈ। ਕਹਿੰਦਾ ਮਹਾਰਾਜ ਕੋਈ ਆ ਰਿਹਾ ਹੈ। ਸਤਿਗੁਰੂ ਕਹਿੰਦੇ ਨੂਰਾ ਆ ਗਿਆ। ਨੂਰਾ ਜਦੋਂ ਮਹਾਰਾਜ ਦੇ ਕੋਲ ਆਉਂਦਾ ਨਾ, ਰਾਏ ਕੱਲਾ ਕੋਲ ਬੈਠਾ, ਭਾਈ ਮਾਨ ਸਿੰਘ, ਦਇਆ ਸਿੰਘ, ਧਰਮ ਸਿੰਘ, ਤੇ ਕਹਿੰਦੇ ਆਉਂਦਿਆਂ ਸਾਰੀ ਨੂਰੇ ਨੇ ਨਾ ਆਪਣੇ ਮੁਖ ਅੱਗੇ ਹੱਥ ਕਰ ਲਏ, ਆਪਣੇ ਮੂੰਹ ਨੂੰ ਢੱਕ ਲਿਆ, ਭੁੱਬਾਂ ਨਿਕਲ ਗਈਆਂ। ਸਤਿਗੁਰੂ ਕਹਿੰਦੇ ਨੂਰਿਆ ਦੱਸ ਮੇਰੀ ਮਾਂ ਨਾਲ, ਮੇਰੇ ਪੁੱਤਰਾਂ ਨਾਲ ਕੀ ਬੀਤੀ ਹੈ। ਕਹਿੰਦੇ ਦਾਤਾ ਕੀ ਦੱਸਾਂ, ਉਹਨਾਂ ਜ਼ਾਲਮਾਂ ਨੇ ਤੇਰੇ ਪੁੱਤਰਾਂ ਨੂੰ ਕਤਲ ਕਰ ਦਿੱਤਾ ਜੀ, ਤੇਰੇ ਪੁੱਤਾਂ ਨੂੰ ਸ਼ਹੀਦ ਕਰ ਦਿੱਤਾ। ਉੱਥੇ ਸੱਚੇ ਪਾਤਸ਼ਾਹ ਕਹਿੰਦੇ ਨੂਰਿਆ ਇੱਕ ਇੱਕ ਗੱਲ ਸੱਚ ਦੱਸੀ, ਝੂਠ ਨਾ ਮਾਰੀ, ਕਿਤੇ ਤੈਨੂੰ ਇਹ ਆਵਾਜ਼ ਤਾਂ ਨਹੀਂ ਸੁਣਾਈ ਦਿੱਤੀ ਵੀ ਮੇਰਾ ਜੋਰਾਵਰ ਸਿੰਘ ਰੋਇਆ ਹੋਵੇ, ਮੇਰੇ ਫਤਿਹ ਸਿੰਘ ਦੀ ਚੀਕ ਨਿਕਲੀ ਹੋਵੇ, ਕਿਤੇ ਮੇਰੇ ਫਤਿਹ ਸਿੰਘ ਦੇ ਗੋਡਿਆਂ ਤੇ ਜਦੋਂ ਤੇਸੀ ਵੱਜੀ, ਕਿਤੇ ਮੇਰੇ ਫਤਿਹ ਸਿੰਘ ਦੀ ਚੀਕ ਤਾਂ ਨਹੀਂ ਨਿਕਲੀ। ਮੈਨੂੰ ਸੱਚ ਦੱਸੀ, ਇੱਕ ਇੱਕ ਗੱਲ ਸੱਚ ਕਰਕੇ ਦੱਸੀ, ਮੇਰਾ ਫਤਿਹ ਸਿੰਘ ਘਬਰਾਇਆ ਤਾਂ ਨਹੀਂ, ਮੇਰਾ ਜੋਰਾਵਰ ਸਿੰਘ ਡੋਲਿਆ ਤਾਂ ਨਹੀਂ, ਉਹਨਾਂ ਦੀਆਂ ਸ਼ਹੀਦੀਆਂ ਕਿਵੇਂ ਹੋਈਆਂ ਨੇ। ਉੱਥੇ ਕਿਹਾ ਸੀ ਦਾਤਾ ਕਹਿਰ ਤਾਂ ਬੜਾ ਢਾਇਆ, ਪਹਿਲਾਂ ਗਲੇਲੇ ਮਾਰੇ ਉਹਨਾਂ ਨੇ, ਉਹਨਾਂ ਦੇ ਪਲੀਤੇ ਬੰਨ੍ਹ ਕੇ ਉਹਨਾਂ ਦੀਆਂ ਉਂਗਲਾਂ ਤੇ ਉਂਗਲਾਂ ਸਾੜੀਆਂ, ਫਿਰ ਜੀਂਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਦੀਵਾਰਾਂ ਡੇਗੀਆਂ, ਫਿਰ ਉਹਨਾਂ ਦੇ ਸੀਸ ਅਲੱਗ ਕਰ ਦਿੱਤੇ ਗਏ। ਪਰ ਬਾਪੂ ਇੰਨਾ ਗੁਰਮੁਖੋ ਮਹਾਨ, ਇੰਨਾ ਸਮਰੱਥ, ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਡਿੱਗਾ। ਦਾਤਾ ਜੀ ਗੰਭੀਰ ਜ਼ਰੂਰ ਨੇ, ਪਰ ਕਹਿੰਦੇ ਭਾਈ ਮਾਨ ਸਿੰਘ ਰੋ ਪਿਆ, ਭੁੱਬਾਂ ਮਾਰ ਕੇ ਰੋ ਪਿਆ, ਤਾਹਾਂ ਮਾਰਨ ਲੱਗ ਗਿਆ। ਨੂਰਾ ਮਾਈ ਸੁਣਾਉਂਦਾ ਹੈ, ਨਾਲੇ ਰੋਈ ਜਾਂਦਾ ਗੁਰਮੁਖੋ। ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰੇ ਪੁੱਤਰਾਂ ਨੇ ਹੱਸ ਕੇ ਸ਼ਹਾਦਤਾਂ ਦਿੱਤੀਆਂ ਨੇ, ਪਰ ਇਹਨਾਂ ਦੀਆਂ ਸ਼ਹਾਦਤਾਂ ਰੰਗ ਲਿਆਉਣਗੀਆਂ। ਉਸ ਤੋਂ ਬਾਅਦ ਦਾਤਾ ਜੀ ਕਲਮ ਫੜਦੇ ਆ, ਜ਼ਫਰਨਾਮਾ ਲਿਖਦੇ ਆ। ਜ਼ਫਰਨਾਮੇ ਦੇ ਵਿੱਚ ਕਹਿੰਦੇ ਔਰੰਗਜ਼ੇਬ ਤੂੰ ਮੇਰੇ ਨੰਨੇ ਪੁੱਤਰਾਂ ਨੂੰ ਕਤਲ ਕਰਕੇ 2 ਚੰਗਿਆਰੀਆਂ ਬੁਝਾ ਕੇ ਤੂੰ ਮਰਦ ਬਣ ਗਿਆ। ਸੱਚੇ ਪਾਤਸ਼ਾਹ ਕਹਿੰਦੇ ਕੋਈ ਮਰਦਾਨਗੀ ਨਹੀਂ ਆ, 2 ਚੰਗਿਆਰੀਆਂ ਬੁਝਾਉਣੀਆਂ, ਪਰ ਯਾਦ ਰੱਖੀ ਮੇਰਾ ਖਾਲਸਾ ਅਜੇ ਵੀ ਜਿੰਦਾ, ਇਹੋ ਜਿਹਾ ਭਾਂਬੜ ਬਾਲੇਗਾ ਮੇਰਾ ਖਾਲਸਾ, ਤੇਰਾ ਸਰਹੰਦ ਵੀ ਗਰਕ ਹੋ ਜਾਏਗਾ ਤੇ ਤੂੰ ਵੀ ਗਰਕ ਹੋ ਜਾਏਗਾ। ਆਖੋ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਰਹਿਣਾ ਨਹੀਂ, ਇਹ 2 ਚੰਗਿਆਰੀਆਂ ਬੁਝ ਗਈਆਂ, ਕੀ ਹੋ ਗਿਆ? ਖਾਲਸੇ ਨੇ ਜਦੋਂ ਭਾਂਬੜ ਬਾਲਿਆ ਗਰਕ ਹੋ ਜਾਊਗਾ ਸਮਾਣਾ ਵੀ।
ਉੱਥੇ ਫਿਰ ਮਹਾਰਾਜ ਜਦੋਂ ਜਾਂਦੇ ਆ ਗੁਰਮੁਖੋ 1708 ਨੂੰ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਜਦੋਂ ਉੱਥੇ ਤੋਰਦੇ ਆ, ਬੰਦਾ ਸਿੰਘ ਬਹਾਦਰ ਨੂੰ ਹੁਕਮ ਕਰਦੇ ਆ, ਕਹਿੰਦੇ ਪਹਿਲਾਂ ਜਾਈ ਸਢੌਰੇ। ਕਹਿਣ ਲੱਗਾ ਦਾਤਾ ਕਿਉਂ? ਕਹਿਣ ਲੱਗੇ ਮੇਰੇ ਦੋਸਤ ਦੇ ਪੁੱਤਰਾਂ ਨੂੰ ਕੁੱਤਿਆਂ ਅੱਗੇ ਨੋਚ ਕੇ ਪਾਇਆ ਸੀ ਜ਼ਾਲਮਾਂ ਨੇ, ਨੋਚ ਕੇ ਮਾਰਿਆ ਪੀਰ ਬੁੱਧੂ ਸ਼ਾਹ ਦੇ ਬੱਚਿਆਂ ਨੂੰ। ਕਹਿੰਦੇ ਪਹਿਲਾਂ ਸਢੌਰੇ ਨੂੰ ਜਾ ਕੇ ਸੁਧਾਰੀ, ਫਿਰ ਸਮਾਣੇ ਜਾਈ, ਉਸ ਤੋਂ ਬਾਅਦ ਸਰਹੰਦ ਜਾਈ। ਕਹਿੰਦੇ ਬੰਦਾ ਸਿੰਘ ਬਹਾਦਰ ਜਦੋਂ ਪਾਣੀਪਤ ਆਇਆ, ਇੱਥੋਂ ਫਿਰ ਗੁਰਮੁਖੋ ਇਹਨੇ ਹਮਲਾ ਕੀਤਾ ਸਢੌਰੇ ਤੇ। ਸਢੌਰੇ ਦੇ ਜਿਹੜੇ ਸੀ ਜਿਨ੍ਹਾਂ ਨੇ ਮਾਰਿਆ ਸੀ ਪੀਰ ਬੁੱਧੂ ਸ਼ਾਹ ਨੂੰ, ਉਹਨਾਂ ਨੂੰ ਸੋਧਿਆ। ਫਿਰ ਚੜਿਆ ਸਮਾਣੇ ਤੇ, ਸਮਾਣੇ ਦੇ ਵਿੱਚ ਜਿਨ੍ਹਾਂ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਵਾਰ ਕੀਤਾ ਸੀ ਉਹਨੂੰ ਸੋਧਿਆ। ਫਿਰ ਗੁਰਮੁਖੋ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਉਹਨਾਂ ਨੂੰ ਸੋਧਾ ਲਾਇਆ। ਉਸ ਤੋਂ ਬਾਅਦ ਗੁਰਮੁਖੋ ਵਜ਼ੀਰ ਖਾਨ ਨੂੰ ਸੋਧਾ ਲਾਇਆ ਤੇ ਜਿਹੜੀ ਸਰਹੰਦ ਸੀ ਨਾ, ਸਰਹੰਦ ਦੇ ਵਿੱਚ ਲੋਹੇ ਦਾ ਸੁਹਾਗਾ ਫੇਰ ਦਿੱਤਾ, ਲੋਹੇ ਦਾ ਸੁਹਾਗਾ। ਜਿੰਨੇ ਇਹਨਾਂ ਦੇ ਘਰ ਸਨ ਨਾ, ਜਿੱਥੇ ਕਚਹਿਰੀ ਲੱਗਦੀ ਸੀ ਉਹ ਵੀ ਮਲੀਆਂ ਮੇਟ ਕਰ ਦਿੱਤੀ, ਢਾਹ ਦਿੱਤੀ ਗੁਰਮੁਖੋ। ਕਹਿੰਦੇ ਮੈਂ ਨਿਸ਼ਾਨੀ ਨਹੀਂ ਰਹਿਣ ਦਿੰਦੀ, ਉੱਥੇ ਠੰਡਾ ਬੁਰਜ ਰਹਿਣ ਦਿੱਤਾ ਤੇ ਨੀਹਾਂ ਰਹਿਣ ਦਿੱਤੀਆਂ, ਬਾਕੀ ਜ਼ਾਲਮਾਂ ਦੇ ਘਰ ਮਲੀਆਂ ਮੇਟ ਕਰ ਦਿੱਤੇ, ਕਹਿੰਦੇ ਬੰਦਾ ਸਿੰਘ ਬਹਾਦਰ ਨੇ।